ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਖਾਲਸੋ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ। ਆਨ ਨਾ ਮਾਨੈ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹੀ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਗੁਰਮੁਖੋ ਸ਼ਾਮ ਦੇ ਸਮੇਂ ਮਹਾਰਾਜ ਨੇ ਆਪਾਂ ਨੂੰ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਆਓ ਗੁਰੂ ਘਰ ਦੀ ਮਰਜ਼ਾਦਾ ਦੇ ਅਨੁਸਾਰ ਜੋ ਸ਼ਾਮ ਦਾ ਸਮਾਂ ਇਤਿਹਾਸ ਦੀ ਕਥਾ ਦਾ ਸਮਾਂ ਹੈ। ਦੂਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਅੰਸ਼ ਬੰਸ 12ਵੀਂ ਪੀੜ੍ਹੀ ਦੇ ਵਿੱਚੋਂ ਕਵੀ ਸ੍ਰੀਮਾਨ ਸੰਤਰੇਣ ਪ੍ਰੇਮ ਸਿੰਘ ਜੀ ਉਹਨਾਂ ਦੁਆਰਾ ਰਚਿਤ ਜੋ 10 ਪਾਤਸ਼ਾਹੀਆਂ ਦਾ ਇਤਿਹਾਸ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਦੀ ਕਿ ਜੋ ਲੜੀਵਾਰ ਕਥਾ ਹੈ ਉਹ ਗੁਰਮੁਖੋ ਚੱਲ ਰਹੀ ਹੈ। ਮਾਈ ਭਾਈ ਸਰਵਣ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹਨ। ਗੁਰੂ ਪਾਤਸ਼ਾਹ ਮਹਾਰਾਜ ਦੀ ਦਇਆ ਤੇ ਮਿਹਰ ਸਦਕਾ ਲੜੀ ਤਹਿਤ ਕੱਲ ਆਪਾਂ ਜੋ ਤੀਸਰੇ ਪ੍ਰਸੰਗ ਤ੍ਰਿਤੀਯ ਮੰਦਰ ਹੈ ਉਹ ਪ੍ਰਸੰਗ ਸਰਵਣ ਕੀਤਾ, ਜਿਹਦੇ ਵਿੱਚ ਮਹਾਰਾਜ ਦੇ ਬਾਲ ਕੌਤਕ। ਉਸ ਉਪਰੰਤ ਫਿਰ ਜੋ ਸ੍ਰੀ ਅਕਾਲ ਸੇ ਉਪਦੇਸ਼ ਪ੍ਰਸੰਗ, ਇਹ ਕਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਮਹਾਮੰਤਰ ਜੋ ਨਿਰਾਕਾਰ ਬ੍ਰਹਮ ਰੂਪ ਨੇ ਉਚਾਰਨ ਕੀਤਾ, ਔਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਨੇ ਫਿਰ ਮੂਲ ਮੰਤਰ ਜੋ ਉਚਾਰਿਆ ਹੈ, ਕਿਸ ਤਰ੍ਹਾਂ ਸਾਰੇ ਦੇਵਤਿਆਂ ਨੇ ਸਤਿਗੁਰੂ ਪਾਤਸ਼ਾਹ ਦਾ ਆਦਰ ਤੇ ਸਤਿਕਾਰ ਕੀਤਾ ਹੈ। ਇਸ ਤਰ੍ਹਾਂ ਦਾ ਪ੍ਰਸੰਗ ਮਾਤਾ ਨੂੰ ਵੀ
ਸਾਰਾ ਕੁਝ ਦਿਸਿਆ ਤੇ ਫਿਰ ਸਤਿਗੁਰਾਂ ਨੇ ਮੋਹ ਮਾਇਆ ਪਾ ਦਿੱਤੀ। ਇਉਂ ਇੱਕਦਮ ਕਹਿਤਾ ਸਾਨੂੰ ਤੇ ਭੁੱਖ ਬਹੁਤ ਲੱਗੀ ਹੈ। ਗੁਰੂ ਪਾਤਸ਼ਾਹ ਮਹਾਰਾਜ ਨੇ ਐਸੀ ਮਾਇਆ ਕਿ ਮਾਤਾ ਨੂੰ ਸਾਰੀ ਗੱਲ ਹੀ ਭੁੱਲ ਗਈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਜਲ ਪਾਣੀ ਛਕਾਇਆ ਹੈ। ਇਸ ਤਰ੍ਹਾਂ ਦਾ ਜੋ ਆਪਾਂ ਇਤਿਹਾਸ ਹੈ ਕੱਲ ਇੱਥੇ ਤੱਕ ਸਰਵਣ ਕੀਤਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਹੁਣ ਬਾਲਕ ਖੇਡਦੇ ਸਤਿਗੁਰੂ ਜੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੀਆਂ ਹੀ ਗੱਲਾਂ ਬਾਤਾਂ ਸੁਣਾਉਂਦੇ ਨੇ ਤੇ ਬੱਚੇ ਵੀ ਨਾਲ ਹੀ ਰਹਿੰਦੇ ਹਨ। ਇੱਥੇ ਕੱਲ ਆਪਾਂ ਕਥਾ ਸੀ ਕਿ ਸੰਬਤ ਖਟ ਮਹਿ ਗੁਰ ਕੀ ਲੀਲਾ, ਕਬ ਵਾਰੀ ਸਤਿਗੁਰੂ ਰੰਗੀਲਾ। ਇਹ ਭਾਈ 6ਵੇਂ ਸਾਲ ਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕੌਤਕ ਲੀਲਾ ਹੈ। ਕਵੀ ਪ੍ਰੇਮ ਸਿੰਘ ਜੀ ਕਹਿੰਦੇ ਐਸੇ ਸਤਿਗੁਰਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ। ਹੁਣ ਅਗਲਾ ਪ੍ਰਸੰਗ ਜੋ 7ਵੇਂ ਸਾਲ ਵਿੱਚ ਮਹਾਰਾਜ ਹੋਏ ਹੈ ਤੇ ਸਤਿਕਾਰਯੋਗ ਪਿਤਾ ਬਾਬਾ ਕਾਲੂ ਜੀ ਜੋ ਗੋਪਾਲ ਪਾਂਧੇ ਦੇ ਕੋਲ ਮਹਾਰਾਜ ਨੂੰ ਪੜ੍ਹਨ ਵਾਸਤੇ ਭੇਜਦੇ ਆ, ਫਿਰ ਕੁਤਬਦੀਨ ਕਾਜੀ ਕੋਲੇ ਉਹ ਪ੍ਰਸੰਗ ਅੱਗੇ ਆ ਰਿਹਾ ਹੈ। ਪਿਆਰ ਔਰ ਸਤਿਕਾਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਰਹਰੀ ਛੰਦ ਹੇਰਤ ਸੁਤ ਕਾਲੂ ਹਰਖ ਵਿਸਾਲੂ। ਇਉਂ ਆਪਣੇ ਪੁੱਤਰ ਨੂੰ ਵੇਖ ਕੇ ਬਾਬਾ ਕਾਲੂ ਜੀ ਬਹੁਤ ਖੁਸ਼ ਹੁੰਦੇ ਹਨ। ਪੜ੍ਹਨ ਉਚਿਤ ਮਨ ਜਾਨ, ਔਰ ਮਨ ਦੇ ਵਿੱਚ ਜਾਣਿਆ ਹੈ ਕਿ ਹੁਣ ਜਿਹੜਾ ਹੈ ਉਹ ਪੜ੍ਹਾਈ ਦੀ ਉਮਰ ਹੋ ਗਈ ਹੈ। ਇਹਨਾਂ ਨੂੰ ਪੜ੍ਹਾਉਣਾ ਜਿਹੜਾ ਹੈ ਉਹ ਉਚਿਤ ਹੈ, ਇਹ ਮਨ ਦੇ ਵਿੱਚ ਜਾਣਿਆ ਹੈ। ਹਮ ਕਾਜ ਵਸੇਖਾ ਸਿੱਖੈ ਲੇਖਾ, ਕਿਉਂਕਿ ਜੋ ਸਾਡਾ ਵਿਸ਼ੇਸ਼ ਕਾਰਜ ਹੈ ਬਾਬਾ ਕਾਲੂ ਜੀ ਸੋਚਦੇ ਹੈ ਉਹ ਲੇਖਾ ਜੋਖਾ ਕਰਨਾ, ਹਿਸਾਬ ਕਿਤਾਬ ਪਟਵਾਰੀ ਦਾ, ਜ਼ਮੀਨਾਂ ਦਾ ਰੱਖਣਾ, ਉਹ ਲੇਖਾ ਸਿੱਖ ਲਵੇਗਾ। ਸਾਤ ਬਰਖ ਬਹਿ ਮਾਨ, ਇਉਂ 7 ਸਾਲ ਦੀ ਜਿਹੜੀ ਉਮਰ ਹੈ ਉਹ ਬੈ ਕੀ ਉਮਰ ਬਰਖ ਸਾਲ 7 ਬਰਖ ਦੀ ਉਮਰ ਮੰਨ ਕਰਕੇ ਬਹੁ ਗੁਣੀ ਅਲਾਵਹਿ ਸੁਤ ਨਾ ਪੜ੍ਹਾਵਹਿ। ਸੋਚਦੇ ਨੇ ਬਾਬਾ ਕਾਲੂ ਜੀ ਕਿ ਬਹੁਤ ਗੁਣੀ ਗਿਆਨੀ ਸਿਆਣੇ ਪੁਰਸ਼ ਇਹ ਗੱਲ ਕਹਿੰਦੇ ਨੇ ਕਿ ਜੋ ਆਪਣੇ ਭਾਈ ਔਲਾਦ ਪੁੱਤਰ ਧੀ ਨੂੰ ਪੜ੍ਹਾਉਂਦਾ ਨਹੀਂ ਸੋ ਸਤਰੂ ਸਮਤਾਤ, ਉਹ ਪਿਤਾ ਆਪਣੇ ਬੱਚਿਆਂ ਦਾ ਦੁਸ਼ਮਣ ਵਰਗਾ ਹੀ ਹੁੰਦਾ ਹੈ। ਸੋਭਾ ਨਹਿ ਪਾਵਹਿ ਮਤ ਨਹਿ ਆਵਹਿ, ਕਿਉਂਕਿ ਜੇ ਵਿਦਿਆ ਪੜ੍ਹਾਉਂਦਾ ਨਹੀਂ ਸੰਸਾਰੀ ਤਾਂ ਸੰਸਾਰ ਦੇ ਵਿੱਚ ਸੋਭਾ ਨਹੀਂ ਪਾਉਂਦਾ ਹੈ, ਉਹਨੂੰ ਭਾਈ ਸੰਸਾਰੀ ਮਤ ਨਹੀਂ ਆਉਂਦੀ। ਜਗ ਮੈਂ ਇਹ ਬਖਿਆਤ, ਇਹ ਬਾਤ ਇਹ ਗੱਲ ਜਗਤ ਦੇ ਵਿੱਚ ਪ੍ਰਸਿੱਧ ਹੈ, ਬਖਿਆਤ ਕਹੀਏ ਪ੍ਰਗਟ ਹੈ। ਇਹ ਅਖਾਣ ਮਸ਼ਹੂਰ ਹੈ ਵੀ ਜੋ ਮਾਂ ਬਾਪ ਆਪਣੀ ਔਲਾਦ ਨੂੰ ਪੁੱਤ ਧੀ ਨੂੰ ਪੜ੍ਹਾਉਂਦਾ ਨਹੀਂ ਹੈ ਉਹ ਭਾਈ ਆਪਣੀ ਔਲਾਦ ਦਾ ਦੁਸ਼ਮਣ ਹੀ ਹੁੰਦਾ ਹੈ। ਦੋਹਰਾ ਯਹ ਵਿਚਾਰ ਲੈ ਤਾਤ ਸੰਗ ਪਾਂਦੇ ਕੇ ਗ੍ਰਹਿ ਜਾਏ, ਇਹ ਵਿਚਾਰ ਕਰਕੇ ਆਪਣੇ ਪੁੱਤਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਨਾਲ ਲੈ ਕੇ, ਤਾਤ ਸ਼ਬਦ ਦਾ ਅਰਥ ਪਿਤਾ ਵੀ ਹੈ ਤੇ ਤਾਤ ਸ਼ਬਦ ਦਾ ਅਰਥ ਪੁੱਤ ਵੀ ਹੈ, ਇਹ ਦੋਨਾਂ ਅਰਥਾਂ ਵਿੱਚ ਹੀ ਆਉਂਦਾ ਹੈ। ਪੁੱਤਰ ਨੂੰ ਨਾਲ ਲੈ ਕਰਕੇ ਪਾਂਧੇ ਕੇ ਗ੍ਰਹਿ ਜਾਏ, ਗੋਪਾਲ ਪਾਂਧਾ ਹੈ ਉਸ ਦੇ ਘਰ ਪਹੁੰਚੇ ਹਨ। ਆਖਣ ਸੁਪਾਰੀ ਭੇਟ ਦੇ
ਆਖਣ ਸਪਾਰੀ ਭੇਟ ਦੇ, ਹਰਖ ਗੋਪਾਲ ਸੁਥਾਏ। ਇਸ ਤਰ੍ਹਾਂ ਉਦੋਂ ਪਹਿਲਾਂ ਜੋ ਰਿਵਾਜ ਸੀ, ਚੌਲ ਕੁਝ ਸੁਪਾਰੀ ਐਸਾ ਕੁਝ ਭੇਟ ਦੇ ਕਰਕੇ ਹਰਖ ਗੋਪਾਲ ਸੁਥਾਏ। ਇਉਂ ਜਿਹੜਾ ਗੋਪਾਲ ਪਾਂਦਾ ਹੈ ਉਹ ਖੁਸ਼ ਹੋਇਆ ਜਦੋਂ ਉਸ ਨੂੰ ਭੇਟਾ ਦਿੱਤੀ ਹੈ। ਚੌਪਈ ਕਹਿ ਕਾਲੂ ਪਾਂਦਾ ਜੀ ਸੁਣੀਏ। ਬਾਬਾ ਕਾਲੂ ਜੀ ਕਹਿੰਦੇ, ਹੈ ਪਾਂਦਾ ਗੋਪਾਲ ਪਾਂਦਾ ਜੀ ਸੁਣੋ। ਦੇ ਵਿਦਿਆ ਨਾਨਕ ਜੀ ਗੁਨੀਏ। ਇਉਂ ਤੁਸੀਂ ਮੇਰੇ ਪੁੱਤਰ ਨਾਨਕ ਨੂੰ ਵਿਦਿਆ ਪੜ੍ਹਾਓ। ਇਹ ਵਿਚਾਰ ਕਰਕੇ ਸੋਹਣੀ ਇਹਨੂੰ ਵੀ ਸੰਸਾਰ ਦੀ ਜਿਹੜੀ ਵਿਦਿਆ ਹੈ ਉਹ ਤੁਸੀਂ ਦੇਵੋ। ਜਬ ਵਿਦਿਆ ਇਹੋ ਪੜ੍ਹੈ ਭਲੇਰੀ। ਤੇ ਜਦੋਂ ਇਹ ਭਲੀ ਚੰਗੀ ਵਿਦਿਆ ਸੰਸਾਰੀ ਪੜ੍ਹ ਲਵੇਗਾ, ਸੇਵਾ ਬਹੁਤ ਕਰੂੰ ਬਿਨ ਦੇਰੀ। ਮੈਂ ਬਿਨਾਂ ਦੇਰੀ ਤੋਂ ਭਾਵ ਤੁਰੰਤ ਹੀ ਪਾਂਦਾ ਗੋਪਾਲ ਜੀ ਤੁਹਾਡੀ ਬਹੁਤ ਸੇਵਾ ਕਰਾਂਗਾ। ਪੁਰਾਣੇ ਸਮਿਆਂ ਵਿੱਚ ਗੁਰਮੁਖੋ ਜਿਵੇਂ ਅੱਜ ਕੱਲ ਮਹੀਨੇ ਬਾਅਦ ਜਾਂ 6 ਮਹੀਨੇ 3 ਮਹੀਨੇ ਬਾਅਦ ਫੀਸਾਂ ਨੇ, ਉਹ ਨਹੀਂ ਸੀ ਹੁੰਦੀਆਂ। ਉਦੋਂ ਲਿਮਟਿਡ ਵਿਦਿਆ ਹੁੰਦੀ ਸੀ ਜਿਹੜੀ ਮੁੱਖ, ਇਹ ਲਓ ਜੀ ਆ ਤੁਸੀਂ ਪੜ੍ਹਾ ਦਿਓ। ਪਹਿਲਾਂ ਭੇਟਾ ਦੇ ਦੇਣੀ ਜਿਹੜੀ, ਤੇ ਉਹ ਵਿਦਿਆ ਪੜ੍ਹਾਈ ਜਾਣੀ। ਜਦੋਂ ਬੱਚੇ ਨੇ ਵਿਦਿਆ ਪੜ੍ਹ ਜਾਣੀ ਉਦੋਂ ਫੇਰ ਜਿਹੜਾ ਪੜ੍ਹਾਉਣ ਵਾਲਾ ਪਾਂਦਾ ਟੀਚਰ ਹੁੰਦਾ ਸੀ, ਉਸਤਾਦ, ਉਹਦਾ ਕੋਈ ਸਨਮਾਨ ਪਰਿਵਾਰ ਕਰ ਦਿੰਦੇ ਹੁੰਦੇ ਸੀ। ਭਾਵ ਇੰਨਾ ਮਾਇਆ ਦਾ ਜਿਹੜਾ ਬਹੁਤਾ ਹੋਰ ਪਸਾਰਾ ਨਹੀਂ ਸੀ ਹੁੰਦਾ। ਤੇ ਇਹ ਵਿਚਾਰ ਕਰਕੇ ਜਿਹੜਾ ਹੈ ਕਿ ਉਸ ਸਮੇਂ ਤੁਸੀਂ ਤੁਹਾਡੀ ਬਹੁਤੀ ਬਿਨਾਂ ਦੇਰੀ ਤੋਂ ਭਾਵ ਤੁਰੰਤ ਹੀ ਜੋ ਵਿਦਿਆ ਹੈ ਜਦੋਂ ਤੁਸੀਂ ਪੜ੍ਹਾ ਦੇਵੋਗੇ, ਅਸੀਂ ਬਹੁਤ ਸੇਵਾ ਕਰਾਂਗੇ। ਸੁਨ ਪਾਦੇ ਤਬ ਤਖਤੀ ਲੀਨੇ। ਤਾਂ ਪਾਦੇ ਨੇ ਸੁਣ ਕਰਕੇ ਇਉਂ ਤਖਤੀ ਜਿਹੜੀ ਹੈ ਉਹ ਲਈ ਹੈ। ਪਾਦੇ ਨੇ ਜਦੋਂ ਇਹ ਜਿਹੜੀ ਤਖਤੀ ਕਹੀਏ ਫੱਟੀ, ਉਹ ਫੱਟੀ ਲੈ ਲਈ ਹੈ। ਸੁਨ ਪਾਦੇ ਤਬ ਤਖਤੀ ਲੀਨੀ, ਪੱਟੀ ਹਿਸਾਬ ਕੀ ਤਬ ਲਿਖ ਦੀਨੀ। ਤੇ ਹਿਸਾਬ ਕਿਤਾਬ ਦੀ ਉਹ ਪੱਟੀ ਲਿਖ ਦਿੱਤੀ, ਪੂਰਨੇ ਪਾ ਦਿੱਤੇ ਹਨ। ਦੂਣੇ ਡਾਢੇ ਦਿਉੜੇ ਸਵਾਏ। ਦੂਣੀ ਦੇ, ਡੇਢੇ, ਦਿਉੜੇ, ਦੋ ਦੇ, ਸਵਾਏ ਦੇ, ਇਹ ਜਿਹੜੇ ਪਹਾੜੇ ਹਨ ਉਹ ਭਾਈ ਮਹਾਰਾਜ ਨੂੰ ਪੜ੍ਹਾਏ ਨੇ। ਕਹਿ ਤਬ ਗੁਰ ਨਾਨਕ ਜਗ ਰਾਏ। ਜਦੋਂ ਇਹ ਪੜ੍ਹਾਉਣੇ ਸ਼ੁਰੂ ਕੀਤੇ, ਜਗਤ ਰਾਏ, ਸਾਰੇ ਜਗਤ ਦਾ ਪ੍ਰਕਾਸ਼ ਸਰੂਪ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਉਂ ਬਚਨ ਕਹੇ ਹਨ। ਹੇ ਪਾਂਦੇ ਕਿਆ ਲਿਖੋ ਜੰਜਾਲਾ। ਵੀ ਹੇ ਪਾਂਦੇ, ਗੋਪਾਲ ਪਾਂਦੇ, ਕੀ ਸੰਸਾਰ ਦੇ ਜੰਜਾਲ ਜੇ ਲਿਖਵਾਈ ਜਾਂਦਾ ਹੈ। ਲਿਖੋ ਤੋ ਰਾਮ ਨਾਮ ਗੋਪਾਲਾ। ਤੂੰ ਗੋਪਾਲ ਜਾਂ ਹੇ ਗੋਪਾਲ ਪਾਂਦੇ, ਰਾਮ ਨਾਮ ਪਰਮੇਸ਼ਰ ਵਾਹਿਗੁਰੂ ਦਾ ਨਾਮ ਲਿਖ। ਕਹਿ ਪਾਂਦਾ ਕਈ ਬਾਲ ਪੜ੍ਹਾਏ। ਪਾਂਦਾ ਇਉਂ ਮਨ ਵਿੱਚ ਕਹਿੰਦਾ ਵੀ ਮੈਂ ਕਈ ਬਾਲਕ ਕਿੰਨੇ ਹੀ ਹੁਣ ਤੱਕ ਪੜ੍ਹਾ ਦਿੱਤੇ ਨੇ। ਇਨ ਸਮ ਅਬ ਲਗ ਕੋ ਨਹੀਂ ਆਏ। ਪਰ ਇਹਦੇ ਵਰਗਾ ਨਹੀਂ ਹੈ ਹੁਣ ਤੱਕ ਕੋਈ ਆਇਆ। ਯਹ ਤੋ ਮਹਾਪੁਰਖ ਹੈ ਕੋ। ਇਹ ਤਾਂ ਕੋਈ ਬਹੁਤ ਵੱਡਾ ਮਹਾਨ ਪੁਰਸ਼ ਹੈ। ਬਾਲ ਬੈਸ ਮਹਿ ਐਸੇ ਜੋ ਬਾਲਕ ਉਮਰ ਦੇ ਵਿੱਚ ਇਸ ਤਰ੍ਹਾਂ ਦਾ ਹੀ ਹੈ, ਇਸ ਤਰ੍ਹਾਂ ਦਾ ਭਾਵ ਇੰਨਾ ਗਿਆਨ ਹੈ। ਤੁਮ ਗੁਰ ਜਗਤ ਉਧਾਰਨ ਆਏ। ਇਉਂ ਵਿਚਾਰਾਂ ਕੁਝ ਸਮਾਂ ਜਦੋਂ ਹੋਈਆਂ, ਸਤਿਗੁਰਾਂ ਨੇ ਬਚਨ ਸੁਣਾਏ ਨਾ ਗੋਪਾਲ ਪਾਂਦੇ ਨੂੰ। ਗੋਪਾਲ ਪਾਂਦਾ ਕਹਿ ਉੱਠਿਆ ਕਿ ਇਹ ਨਾਨਕ ਤੁਸੀਂ ਗੁਰੂ ਸਰੂਪ ਹੋ।
ਗੁਰੂ ਰੂਪ ਹੋ ਕੇ ਜਗਤ ਦਾ ਉਧਾਰਨ ਕਰਨ ਵਾਸਤੇ ਆਏ ਹੋ। ਮੇਰੀ ਅਬ ਕਲਿਆਣ ਕਰਾਏ, ਤੇ ਇਉਂ ਮੇਰੀ ਵੀ ਹੁਣ ਜਿਹੜੀ ਹੈ ਉਹ ਕਲਿਆਣ ਕਰਾ ਦਿਓ, ਭਾਵ ਮੈਨੂੰ ਵੀ ਉਪਦੇਸ਼ ਦੇਵੋ। ਦੋਹਰਾ ਕਮਲ ਬਦਨ ਸੁਖ ਸਦਨ ਗੁਰ, ਕਰੁਣਾ ਮਨ ਪਰ ਲਿਆਏ। ਕਮਲ ਬਦਨ, ਕਮਲ ਜਿਹੜਾ ਹੈ ਕਮਲ ਵਰਗਾ ਭਾਵ ਮਹਾਰਾਜ ਦਾ ਮੁਖ ਹੈ, ਤੇ ਸੁਖ ਸਦਨ ਗੁਰ, ਸੁੱਖਾਂ ਦਾ ਘਰ ਸਤਿਗੁਰੂ ਸੱਚੇ ਪਾਤਸ਼ਾਹ ਜੀ। ਗੋਪਾਲ ਪਾਂਦੇ ਨੂੰ ਫਿਰ ਉਹਦੇ ਤੇ ਕਮਲ ਬਦਨ ਸੁਖ ਸਦਨ ਗੁਰ, ਕਮਲ ਵਰਗਾ ਮੁਖ ਸੁੱਖਾਂ ਦੇ ਘਰ ਸਤਿਗੁਰੂ ਜੀ, ਕਰੁਣਾ ਮਨ ਪਰ ਲਿਆਏ। ਮਨ ਦੇ ਵਿੱਚ ਭਾਈ ਫਿਰਿਓ ਕਰੁਣਾ ਦਇਆ ਲਿਆਏ ਹਨ। ਪਾਂਦੇ ਪ੍ਰਤ ਕਲਿਆਣ ਦਾ, ਬੋਲੇ ਸ਼ਬਦ ਉਠਾਏ। ਪਾਂਦੇ ਦੇ ਪ੍ਰਤੀ ਕਲਿਆਣ ਦੇਣ ਵਾਲਾ, ਪਾਂਦੇ ਨੂੰ ਗਿਆਨ ਕਲਿਆਣ ਉਪਦੇਸ਼ ਦੇਣ ਵਾਲਾ ਸਤਿਗੁਰੂ ਜੀ ਫਿਰ ਭਾਈ ਬੋਲੇ ਸ਼ਬਦ ਉਠਾਏ, ਭਾਵ ਇਉਂ ਉਸ ਨੂੰ ਸਨਮੁਖ ਹੋ ਕੇ ਸ਼ਬਦ ਉਚਾਰਨ ਕੀਤਾ। ਸ੍ਰੀ ਰਾਗ ਮਹਲ ਪਹਿਲਾ। ਸ੍ਰੀ ਰਾਗ, ਹੁਣ ਕਈ ਵਾਰ ਤੇਜ਼ੀ 'ਚ ਪਾਠੀ ਸਿੰਘ ਮਹੱਲਾ ਹੀ ਬੋਲਦੇ ਆ, ਪਰ ਇੱਥੇ ਲੱਲੇ ਨੂੰ ਕੰਨਾ ਨਹੀਂ ਲੱਗਿਆ ਹੈ, ਔਂਕੜ ਲੱਗਿਆ ਹੋਇਆ ਹੈ, ਇਸ ਕਰਕੇ ਇਹਨੂੰ ਮਹਲ ਬੋਲਣਾ ਹੈ। ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਇਉਂ ਗੋਪਾਲ ਪਾਂਦੇ ਨੂੰ ਇਹ ਉਪਦੇਸ਼ ਦਿੱਤਾ, ਤੇ ਪਹਿਲਾਂ ਸਿਆਹੀ ਬਣਾਉਣ ਦੀ ਵਿਧੀ ਵੀ ਮਹਾਰਾਜ ਨੇ ਇਹਦੇ ਵਿੱਚ ਦੱਸੀ ਹੈ। ਜੋ ਸਤਿਗੁਰੂ ਸ਼ਬਦ ਉਚਾਰਦੇ ਹਨ, ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ। ਮਹਾਰਾਜ ਕਹਿੰਦੇ, ਇਹ ਪਾਂਦੇ ਇਹ ਭਾਈ, ਇਹ ਮੋਹ ਨੂੰ ਜਾਲ ਕੇ ਜਲਾ ਕੇ ਨਾ ਇਹਨੂੰ ਅਭਿਆਸ ਕਰਨਾ ਰੂਪੀ ਘਸ ਭਾਵ ਰਗੜ ਕੇ ਮਸ ਕੇ ਇਹ ਸਿਆਹੀ ਬਣਾ। ਪੁਰਾਣੇ ਸਮਿਆਂ ਦੇ ਵਿੱਚ ਗੁਰਮੁਖੋ ਸਿਆਹੀ ਬਣਾਉਣ ਦਾ ਇਹ ਤਰੀਕਾ ਹੁੰਦਾ ਸੀ। ਦੀਵੇ 'ਚ ਸਰੋਂ ਦਾ ਤੇਲ ਪਾ ਕੇ ਉਹਨੂੰ ਬਾਲ ਦਿੰਦੇ, ਉੱਪਰ ਮਿੱਟੀ ਦਾ ਚੱਪਣ ਲਟਕਾ ਦਿੰਦੇ ਹੁੰਦੇ ਸਨ, ਤੇ ਉਹ ਚੱਪਣ ਦੇ ਵਿੱਚ ਦੀਵੇ ਦੀ ਜਿਹੜੀ ਲਾਟ ਤੋਂ ਕਾਲਖ ਦਾ ਫੁੱਲ ਜਿਹਾ ਲੱਗ ਜਾਂਦਾ ਸੀ, ਉਹ ਫੁੱਲ ਤੋਂ ਲਿਖਣ ਵਾਲੀ ਸਿਆਹੀ ਬਣਾ ਲੈਂਦੇ ਸੀ। ਕਿਉਂ ਦੀਵਾ ਜਗਾ ਕੇ ਦੀਵੇ ਦੀ ਲੋਅ ਤੇ ਠੂਠੀ ਜਾਂ ਕੰਸੀ ਦਾ ਬਰਤਨ ਸਿੱਪੀ ਵਰਗਾ ਕੁਝ ਸਮਾਂ ਕਰੀ ਰੱਖਣਾ, ਤੇ ਉਹ ਕਾਲੀ ਕਾਲਸ ਠੂਠੀ ਬਰਤਨ ਜਿਹੇ 'ਚ ਜੰਮ ਜਾਂਦੀ ਸੀ। ਉਹਨੂੰ ਫਿਰ ਖੁਰਚ ਕੇ ਗੂੰਦ ਵਿੱਚ ਮਿਲਾਉਂਦੇ ਹੁੰਦੇ ਸਨ, ਤੇ ਉਹ ਮਿਲਾ ਕੇ ਚੰਗੀ ਤਰ੍ਹਾਂ ਰਗੜ ਕੇ ਸਿਆਹੀ ਤਿਆਰ ਕੀਤੀ ਜਾਂਦੀ ਹੁੰਦੀ ਸੀ। ਇਸ ਤਰ੍ਹਾਂ ਧਰਮ ਸ਼ਾਸਤਰ ਵਿੱਚ ਬਚਨ ਨੇ, ਦੇਹ ਦੀਵ ਟੀਕੇ ਵਿਖੇ ਮੋਹ ਨੇਹ ਭਰਪੂਰ, ਬਾਤੀ ਵਿਸ਼ਿਆਨ ਬਾਸਨਾ ਗਿਆਨ ਅਗਨ ਤੇ ਦੂਰ। ਇਹ ਭਾਵ ਜਿਹੜਾ ਮਹਾਰਾਜ ਕਹਿੰਦੇ, ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ। ਬੁੱਧੀ ਨੂੰ ਜਿਹੜੀ ਹੈ ਆਤਮ ਵਿਸ਼ੈਣੀ ਮਤ ਬੁੱਧ ਨੂੰ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸ੍ਰੇਸ਼ਟ ਕਾਗਜ਼ ਬਣਾ ਲਾ। ਭਾਵ ਜਿਹੜਾ ਮੋਹ ਰੂਪੀ ਤੇਲ ਹੈ ਔਰ ਵਿਸ਼ਿਆਂ ਰੂਪੀ ਬੱਤੀ ਹੈ, ਤੇ ਅੰਤਸ਼ਕਰਨ ਰੂਪੀ ਦੀਵਾ ਹੈ। ਇਹ ਗਿਆਨ ਰੂਪੀ ਅਗਨੀ ਕਰਕੇ ਸ਼ਰਧਾ ਰੂਪੀ ਠੂਠੀ ਜਿਹਨੂੰ 'ਚ ਕੱਜਲ ਲਾਉਣਾ, ਇਸ ਤਰ੍ਹਾਂ ਸਿਆਹੀ ਬਣਾਉਣ ਵਾਸਤੇ ਅਭਿਆਸ ਕਰਨਾ। ਇੱਕ ਸੌਣੀ ਹੈ, ਜਾਲ ਮੋਹ ਘਸ ਮਸ ਕਰ। ਇਉਂ ਮੋਹ ਜਲਾ ਕੇ ਗਿਆਨ ਰੂਪੀ ਅਗਨੀ ਘਸ ਕੇ ਜੋ ਭਾਈ ਪਰਮੇਸ਼ਰ ਦੀ ਪ੍ਰਾਪਤੀ ਦਾ ਅਭਿਆਸ ਕਰਨਾ, ਇਹਦੀ ਸਿਆਹੀ ਬਣਾਉਣਾ ਕਰ। ਮਤ ਕਾਗਦ ਕਰ ਸਾਰ, ਤੇ ਜਿਹੜੀ ਆਪਣੀ ਆਤਮ ਵਿਸ਼ੈਣ ਬੁੱਧ ਹੈ, ਉੱਤਮ ਮਤ ਹੈ, ਇਹਨੂੰ ਹੁਣ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸਾਰ ਸ੍ਰੇਸ਼ਟ ਕਾਗਜ਼ ਬਣਾ ਲਾ। ਇਸ ਤਰ੍ਹਾਂ ਤੂੰ ਕਰ ਲੈ, ਭਾਉ ਕਲਮ ਕਰ ਚਿੱਤ ਲੇਖਾਰੀ, ਗੁਰ ਪੁੱਛ ਲਿਖ ਵਿਚਾਰ।
ਔਰ ਹਿਰਦੇ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਪ੍ਰਤੀ ਭਾਵ ਪ੍ਰੇਮ ਪੈਦਾ ਕਰ ਲੈ। ਭਾਵ ਕਲਮ ਕਰ, ਇਹ ਕਲਮ ਬਣਾ ਲਾ ਪ੍ਰੇਮ ਰੂਪ। ਚਿੱਤ ਲਿਖਾਰੀ, ਤੇ ਚਿੱਤ ਨੂੰ ਲਿਖਾਰੀ ਬਣਾ। ਇਹ ਨਾ ਹੋਵੇ ਚਿੱਤ ਕਿਤੇ ਹੋਰ ਤੁਰਿਆ ਫਿਰਦਾ, ਨਹੀਂ, ਆਪਣਾ ਪਵਿੱਤਰ ਚਿੱਤ, ਸ਼ੁੱਧ ਚਿੱਤਾਂ ਨੂੰ ਲਿਖਾਰੀ ਬਣਾ ਲੈ। ਫਿਰ ਲਿਖਣਾ ਕੀ ਹੈ? ਆਪਣੀ ਮਰਜ਼ੀ ਨਾਲ ਨਹੀਂ ਕੁਛ ਲਿਖਣਾ। ਮਹਾਰਾਜ ਕਹਿੰਦੇ ਗੁਰ ਪੁੱਛ ਲਿਖ ਵਿਚਾਰ। ਆਪਣੇ ਭਾਈ ਸਤਿਗੁਰੂ ਨੂੰ ਪੁੱਛ, ਤੇ ਗੁਰੂ ਨੂੰ ਪੁੱਛ ਕੇ ਵਿਚਾਰ ਲਿਖ। ਨਿਰਣਾ ਰੂਪੀ ਵਿਚਾਰ ਕਿਹੜੀ ਹੈ, ਕਿ ਸੱਤ ਕੀ ਹੈ, ਅਸੱਤ ਕੀ ਹੈ, ਇਹਦੇ ਨਿਰਣੇ ਦੀ ਵਿਚਾਰ ਨੂੰ ਲਿਖ ਕਿ ਕਿਆ ਸੱਤ ਹੈ। ਇਸ ਤਰ੍ਹਾਂ ਲਿਖ ਨਾਮ ਸਾਲਾਹਾ ਲਿਖ, ਲਿਖ ਅੰਤ ਨ ਪਾਰਾਵਾਰ। हे ਪੰਦਾ, ਫਿਰ ਲਿਖਣਾ ਕੀ ਹੈ? ਪਰਮੇਸ਼ਰ ਦਾ ਨਾਮ ਲਿਖ। ਇਸ ਬੁੱਧ ਰੂਪੀ ਕਾਗਜ਼ ਉੱਤੇ ਨਾਮ ਲਿਖਣਾ ਹੈ ਵਾਹਿਗੁਰੂ ਦਾ। ਸਾਲਾਹ ਲਿਖ, ਪਰਮੇਸ਼ਰ ਦੀ ਸਿਫਤ ਸਲਾਹ ਕਰਨੀ, ਇਹ ਬੁੱਧ ਦੇ ਕਾਗਜ਼ ਤੇ ਲਿਖ। ਲਿਖ ਅੰਤ ਨਾ ਪਾਰਾਵਾਰ। ਫਿਰ ਇਹ ਲਿਖ ਕੇ ਇਹ ਪਰਮੇਸ਼ਰ ਪਾ ਬੁੱਧੀ ਦੇ ਉੱਤੇ ਪੱਕਾ ਪ੍ਰਵਕ ਕਰ ਲੈ ਕਿ ਵਾਹਿਗੁਰੂ ਤੇਰਾ ਅੰਤ ਪਾਰਾਵਾਰ ਨਹੀਂ ਹੈ। ਭਾਵ ਕੋਈ ਤੇਰੇ ਅੰਤ ਦਾ ਵੀ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਤੂੰ ਬੇਅੰਤ ਹੈ ਬਾਬਾ, ਇਹੋ ਲੇਖਾ ਲਿਖ ਜਾਣ। ਬਾਬਾ ਇਹ ਬਜ਼ੁਰਗ ਗੋਪਾਲ ਪੰਦਾ, ਇਹ ਲੇਖਾ ਜਿਹੜਾ ਹੈ ਨਾ, ਜੇ ਕੋਈ ਆਪਣੇ ਅੰਦਰ ਹਿਰਦੇ ਵਿੱਚ, ਅੰਤਸ਼ਕਰਨ ਵਿੱਚ ਇਉਂ ਲਿਖਣਾ ਜਾਣ ਲਵੇ, ਜਾਣ ਲੈ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨੀਸਾਨ ਰਹਾਉ। ਤਾਂ ਇਹ ਵੇਖ ਹੈ ਗੋਪਾਲ ਪੰਦਾ, ਜਿੱਥੇ ਪਰਮੇਸ਼ਰ ਦਰਗਾਹ ਦੇ ਵਿੱਚ ਫਿਰ ਕਰਮਾਂ ਦਾ ਲੇਖਾ ਜੋਖਾ ਹਿਸਾਬ ਤੇ ਤੂੰ ਵਾਹਿਗੁਰੂ ਦੀ ਦਰਗਾਹ 'ਚ ਪੁੱਛਿਆ ਜਾਣਾ ਹੈ ਨਾ, ਉਥੇ ਨਾਮ ਦਾ ਜਿਹੜਾ ਲੇਖਾ ਹੈ ਉਹ ਤੇਰਾ ਸੱਚਾ ਨਿਸ਼ਾਨ ਹੋਊਗਾ। ਭਾਵ ਤੇਰਾ ਜਿਵੇਂ ਕਿਸੇ ਦੇ ਉੱਤੇ ਨਿਸ਼ਾਨੀ ਲਾਤੀ ਵੀ ਆਹ ਬੰਦੇ ਦੀ ਇਹਦੇ ਕੋਲੇ ਨਿਸ਼ਾਨੀ ਹੈ ਇਹਦੀ, ਹੁਣ ਕੋਈ ਹੋਰ ਪੁੱਛ ਗਿੱਛ ਨਹੀਂ, ਇਹ ਨਾਮ ਦਾ ਨਿਸ਼ਾਨ ਲੱਗਿਆ ਇੱਥੇ ਹੋਏ ਸੱਚਾ। ਜਿਵੇਂ ਬਾਦਸ਼ਾਹਾਂ ਦੀ ਨਿਸ਼ਾਨੀ ਹੁੰਦੀ ਹੈ, ਉਹਨੂੰ ਵੇਖ ਕੇ ਫਿਰ ਹਿਸਾਬ ਕਿਤਾਬ ਲੈਣ ਵਾਲੇ ਉਹਦੇ ਕੋਲੋਂ ਹਿਸਾਬ ਮੰਗਦੇ ਨਹੀਂ। ਜਿਹੜਾ ਕਰ ਵਸੂਲੀ ਹੁੰਦੀ ਹੈ ਉਹਦੇ ਵੀ ਸੰਕੋਚ ਕਰਦੇ ਆ। ਪੰਦਾ ਕਹਿੰਦਾ ਮਹਾਰਾਜ ਨਾਮ ਜਪਣ ਵਾਲੇ ਤਾਂ ਸਾਰੇ ਗਰੀਬ ਤੇ ਫਕੀਰਾਂ ਦੀ ਨਿਆਈ ਨਜ਼ਰ ਆਉਂਦੇ ਆ। ਰਹਾਓ ਦੇ ਵਿਸਰਾਮ ਤੋਂ ਬਾਅਦ ਇਹ ਨਾਮ ਜਪਣ ਦਾ ਲਾਭ ਕੀ ਹੈ? ਫਿਰ ਮਹਾਰਾਜ ਨੇ ਉਪਦੇਸ਼ ਦਿੱਤਾ ਹੈ, ਜਿੱਥੈ ਮਿਲਹਿ ਵਡਿਆਈਆ ਸਦ ਖੁਸ਼ੀਆ ਸਦ ਚਾਉ। ਵੀ ਹੈ ਪੰਦਾ, ਜਿੱਥੇ ਪਰਮੇਸ਼ਰ ਦਾ ਨਾਮ ਜਪਣ ਵਾਲੇ ਨੂੰ ਨਾ ਦਿਸ ਦਰਗਾਹ ਵਿੱਚ ਵਡਿਆਈਆਂ ਮਿਲਦੀਆਂ, ਜਿਹੜੇ ਸਿਮਰਨ ਕਰਨ ਵਾਲੇ ਆ ਉਹਨਾਂ ਨੂੰ ਇਸ ਲੋਕ ਵਿੱਚ ਵੀ ਸਦਾ ਖੁਸ਼ੀਆਂ ਮਿਲਦੀਆਂ, ਸਦਾ ਚਾਉ, ਸਦਾ ਹੀ ਉਹ ਸੋਗਾਂ ਤੋਂ ਮੁਕਤ ਹੋ ਜਾਂਦੇ ਨੇ। ਜਿਹੜਾ ਬਾਕੀ ਸੰਸਾਰ ਹੈ ਤਾਂ ਸੋਗਾਂ ਦੇ ਸਾਗਰ 'ਚ ਡੁੱਬਿਆ ਹੋਇਆ। ਉਹ ਇਸ ਤਰ੍ਹਾਂ ਮੈਂ ਘਰ ਪਰਿਵਾਰ ਪੁੱਤਰ ਦੌਲਤ ਹਾਏ ਮੈਂ ਕਿਤੇ ਛੱਡ ਕੇ ਨਾ ਚਲਿਆ ਜਾਵਾਂ, ਪਰ ਸਿਮਰਨ ਕਰਨ ਵਾਲਿਆਂ ਨੂੰ ਚਾਅ ਰਹਿੰਦਾ ਹੈ ਸੱਚਖੰਡ ਜਾਣ ਦਾ। ਤਿੰਨ ਮੁਖ ਟਿੱਕੇ ਨਿਕਲਹਿ ਜਿਨ ਮਨ ਸੱਚਾ ਨਾਉ। ਹੇ ਗੋਪਾਲ ਪੰਦੇ, ਸੱਚੀ ਦਰਗਾਹ ਦੇ ਵਿੱਚ ਗਏ ਨਾ ਜਿਹੜੇ ਐਸੇ ਗੁਰਮੁਖ ਨੇ, ਫਿਰ ਉਹਨਾਂ ਦੇ ਮੁਖ ਉੱਤੇ ਵਾਹਿਗੁਰੂ ਦਾ ਜਸ ਰੂਪੀ ਟਿੱਕਾ ਨਿਕਲਦਾ ਹੈ, ਜਸ ਰੂਪੀ ਤਿਲਕ ਲੱਗਦਾ ਹੈ। ਜਿਨ੍ਹਾਂ ਦੇ ਮਨਾਂ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਸੱਚਾ ਨਾਮ ਹੁੰਦਾ ਹੈ ਨਾ, ਉਹਨਾਂ ਨੂੰ ਤਾਂ ਸੱਚੀ ਦਰਗਾਹ 'ਚ ਵੀ ਮਾਣ ਮਿਲਦਾ ਹੈ। ਜੇ ਕਿਤੇ ਉਹ ਧਰਮ ਰਾਜੇ ਵੱਲ ਨੂੰ ਗੇੜਾ ਮਾਰਿਆ ਹੁਣ ਤਾਂ ਧਰਮ ਰਾਜਾ ਵੀ ਕਹਿੰਦਾ ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪਨੀਤ। ਉਹ ਵੀ ਉੱਠ ਕੇ ਖੜਾ ਹੋ ਜਾਂਦਾ ਵੀ ਧੰਨ ਭਾਗ ਤੁਸੀਂ ਇੱਧਰ ਕਿਵੇਂ ਆ ਗਏ, ਕਿਉਂਕਿ ਨਾਮ ਜਪਣ ਵਾਲੇ ਨੂੰ ਨਹੀਂ ਉਸ ਮਾਰਗ ਤੇ ਜਾਣਾ ਪੈਂਦਾ। ਇਸ ਕਰਕੇ ਜੇ ਉਹਨਾਂ ਦੀ ਮੌਜ ਹੈ ਨਾਮ ਜਪਣ ਵਾਲਾ ਜਾਵੇ ਤਾਂ ਧਰਮਰਾਜ ਹੱਥ ਬੰਨ੍ਹਦਾ ਹੈ ਵੀ ਧੰਨ ਭਾਗ ਮੇਰੇ, ਜਿਹਨੇ ਤੁਹਾਡੇ ਮੈਂ ਦਰਸ਼ਨ ਕਰਦੇ ਤੁਸੀਂ ਮੇਰਾ ਭਵਨ ਪਵਿੱਤਰ ਕਰ ਦਿੱਤਾ।
ਇਸ ਤਰ੍ਹਾਂ ਤਿੰਨ ਮੁਖ ਟਿੱਕੇ ਨਿਕਲੇ, ਜਿਨ ਮਨ ਸੱਚਾ ਨਾਮ, ਜਿਨ੍ਹਾਂ ਦੇ ਮਨ ਵਿੱਚ ਸੱਚਾ ਨਾਮ ਹੈ। ਕਰਮ ਮਿਲੈ ਤਾ ਪਾਈਐ, ਨਾਹੀ ਗੱਲੀ ਵਾਉ ਦੁਆਉ। ਇਹ ਵੀ ਹੈ ਪਾਂਦੇ, ਜੇ ਗੁਰੂ ਦੀ ਕਿਰਪਾ ਹੋਵੇ ਨਾ, ਚੰਗੇ ਕਰਮ ਹੋਣ, ਮਿਹਰ ਹੋਵੇ, ਸਤਿਗੁਰੂ ਦਾ ਮਿਲਾਪ ਹੁੰਦਾ ਹੈ, ਸਤਿਗੁਰੂ ਦੁਆਰਾ ਨਾਮ ਪ੍ਰਾਪਤ ਹੁੰਦਾ, ਕਰਮ ਮਿਲੈ ਤਾਂ ਪਾਈਐ, ਨਾ ਹੀ ਗੱਲੀ ਵਾਉ ਦਵਾਉ। ਨਹੀਂ ਤਾਂ ਐਵੇਂ ਬੇਅਰਥ ਦੀਆਂ ਗੱਲਾਂ ਨਾਲ ਨਹੀਂ ਕੁਝ ਵੀ ਪ੍ਰਾਪਤ ਹੁੰਦਾ। ਬੇਅਰਥ ਦੀਆਂ ਗੱਲਾਂ ਤਾਂ ਐਵੇਂ ਜਿਵੇਂ ਹਵਾ 'ਚ ਪੱਤਾ ਖੜਕੀ ਜਾਂਦਾ, ਇਹ ਇਉਂ ਹੁੰਦੀਆਂ ਐਵੇਂ, ਜਾਂ ਨਿਰੀਆਂ ਐਵੇਂ ਕੋਈ ਵਰਸਰਾਪ ਜੇ ਦੇਣੇ, ਦੁਆ ਸੀਸਾਂ, ਉਹ ਤਾਂ ਇਹ ਭਾਵ ਉਹ ਤਾਂ ਐਵੇਂ ਹੀ ਹੁੰਦੇ ਆ, ਉਹਨਾਂ ਨੂੰ ਕੋਈ ਨਹੀਂ। ਜਿਵੇਂ ਬਾਣੀ 'ਚ ਐਸਾ ਬਚਨ ਆਉਂਦਾ ਨਾ, ਦੇਨ ਦਵਾਈ ਸੇ ਮਰੈ, ਜਿਨ ਕੋ ਦੇਨ ਸੇ ਜਾਹੇ। ਕਹਿੰਦੇ ਇੱਥੇ ਬੜੇ ਨੇ ਪਖੰਡੀ, ਝੂਠੀਆਂ ਜੀਆਂ ਦੁਆਵਾਂ ਦਿੰਦੇ ਆ, ਸੀਸਾਂ ਦੇਣ ਵਾਲੇ ਮਰ ਜਾਂਦੇ ਆ, ਤੇ ਉਹਨਾਂ ਨੂੰ ਜਿਨ੍ਹਾਂ ਨੂੰ ਦਿੱਤੀਆਂ ਜਾਂਦੀਆਂ ਸੀਸਾਂ ਉਹ ਵੀ ਚਲੇ ਜਾਂਦੇ ਆ। ਫਿਰ ਪੰਧ ਆਪਾਂ ਕਹਿਣ ਲੱਗਿਆ ਵੀ ਇਹ ਨਾਨਕ, ਵੀ ਜਿਹੜੇ ਬੜੇ ਬੜੇ ਰਾਜੇ ਆ ਉਹ ਤਾਂ ਨਾਮ ਨਹੀਂ ਜਪਦੇ, ਉਹ ਹਾਕਮ ਕਿਵੇਂ ਬਣ ਗਏ, ਉਹਨਾਂ ਨੂੰ ਕਿਵੇਂ ਬਣਾਇਆ, ਹਕੂਮਤਾਂ ਕਰਦੇ ਆ, ਲੋਕਾਂ ਨੂੰ ਲੁੱਟਦੇ ਖਸੁੱਟਦੇ ਆ, ਜੇਲ੍ਹਾਂ 'ਚ ਪਾਉਂਦੇ ਆ, ਉਹਨਾਂ ਤੋਂ ਕਰ ਲੈਂਦੇ ਨੇ। ਉਹਨਾਂ ਨੂੰ ਤਾਂ ਪਰਮੇਸ਼ਰ ਵੱਲੋਂ ਦੰਡ ਦੇਣਾ ਚਾਹੀਦਾ ਹੈ। ਤਾਂ ਸਤਿਗੁਰਾਂ ਨੇ ਉਪਦੇਸ਼ ਦਿੱਤਾ, ਇੱਕ ਆਵਹਿ ਇੱਕ ਜਾਹੇ ਉਠ, ਰੱਖੀਐ ਨਾਵ ਸਲਾਰ। ਮਹਾਰਾਜ ਕਹਿੰਦੇ, ਹੇ ਗੋਪਾਲ ਪਾਂਦੇ, ਜਿਨ੍ਹਾਂ ਦੇ ਨਾਮ ਸਲਾਰ, ਵੱਡੇ ਸਰਕਾਰ ਪ੍ਰਧਾਨ ਇਤਿਆਦਿਕ ਰੱਖੇ ਜਾਂਦੇ ਆ ਨਾ, ਉਹ ਤਾਂ ਇਉਂ ਹੈ, ਇੱਕ ਆਵੇ ਇੱਕ ਜਾਹੇ ਉੱਠ, ਹਲਟ ਦੀਆਂ ਟਿੰਡਾਂ ਵਾਂਗੂ ਇੱਕ ਆ ਰਹੇ ਜੰਮੀ ਜਾਂਦੇ, ਇੱਕ ਮਰ ਕੇ ਉੱਠ ਕੇ ਪਰਲੋਕ ਜਾਈ ਜਾਂਦੇ। ਇਸ ਤਰ੍ਹਾਂ ਕੋਈ ਤਪ ਕਰਕੇ ਬਾਸ਼ਨਾ ਸਮੇਤ ਫਿਰ ਆਉਂਦਾ ਇੱਥੇ, ਜਿਹਨੇ ਕੋਈ ਕਾਮਨਾ ਸਹਿ ਤਪ ਕੀਤਾ, ਹਕੂਮਤਾਂ ਕਰ ਲੈਂਦਾ, ਜਦੋਂ ਪੁੰਨ ਖਤਮ ਹੋ ਜਾਂਦੇ ਆ ਫਿਰ ਉਹ ਸੰਸਾਰ ਤੋਂ ਉੱਠ ਕੇ ਕੂਚ ਕਰ ਜਾਂਦਾ ਹੈ। ਹੁਣ ਜਿਵੇਂ ਮਹਾਰਾਜ ਕਹਿੰਦੇ, ਗੋਪਾਲ ਪਾਂਦੇ, ਪਹਾੜ ਤੋਂ ਪੱਥਰ ਸੁੱਟਿਆ ਜਾਂਦਾ ਨਾ, ਇਸੇ ਤਰ੍ਹਾਂ ਫਿਰ ਐਸੇ ਜੀਵ ਜਿਹੜੇ ਨਾਮ ਨਹੀਂ ਜਪਦੇ ਉਹ ਨਰਕਾਂ 'ਚ ਸੁੱਟੇ ਜਾਂਦੇ ਨੇ। ਕਿਉਂ? 4 ਦਿਨਾਂ ਲਈ ਉਹਨਾਂ ਦੇ ਨਾਮ ਰੱਖੀ ਹੈ ਨਾਵ ਸਲਾਰ, ਸਰਦਾਰ ਫੌਜਾਂ ਦਾ ਬਾਦਸ਼ਾਹ, ਕੋਈ ਫਲਾਣਾ ਸਿਉਂ ਇਤਿਆਦਿ ਕੇ ਰੱਖੇ ਜਾਂਦੇ ਹਨ। ਇੱਕ ਉਪਾਏ ਮੰਗ ਤੇ ਇੱਕ ਨਾ ਵੱਡੇ ਦਰਬਾਰ। ਇਹ ਪਰਮੇਸ਼ਰ ਨੇ ਸਾਰੇ ਭਾਈ, ਇੱਕ ਜਿਨ੍ਹਾਂ ਨੇ ਪੁੰਨ ਨਹੀਂ ਕੀਤੇ, ਫਿਰ ਉਹਨਾਂ ਨੂੰ ਕਈ ਦੇਖੋ ਜਿਹੜੇ ਪੁੰਨ ਨਹੀਂ ਕਰਦੇ, ਪੁੰਨਾਂ ਤੋਂ ਹੀਣੇ ਐ। ਇੱਕ ਉਪਾਏ ਮੰਗ ਤੇ, ਉਹਨਾਂ ਨੂੰ ਫਿਰ ਇੱਥੇ ਮੰਗ ਤੇ ਭਿਖਾਰੀ ਬਣਾ ਕੇ ਪੈਦਾ ਕਰਦਾ ਪਰਮੇਸ਼ਰ। ਜਿਨ੍ਹਾਂ ਨੂੰ ਗੁਰਮੁਖੋ ਪੁੰਨ ਕਰਮ ਨਹੀਂ ਕਰਦੇ ਨਾ, ਤੇ ਹਮੇਸ਼ਾ ਹੀ ਦੂਜੇ ਕੋਲੋਂ ਖੋਣ ਦੀ ਵਰਤੀ ਹੈ, ਮੈਨੂੰ ਆਹ ਦੇ ਜੇ। ਜਿਵੇਂ ਇੱਕ ਮਹਾਪੁਰਸ਼ ਉਹ ਹੋਏ, ਤੇ ਇੱਕ ਦਿਨ ਉਹਨਾਂ ਦੇ ਜੀਵਨ ਵਿੱਚ ਆਉਂਦਾ ਵੀ ਬੈਠੇ ਸੀ ਤੇ 5-7 ਕੋਲੇ ਸਿੰਘ ਬੈਠੇ ਸਨ, ਸੇਵਾਦਾਰ। ਵਿਚਾਰ ਹੁੰਦੀ ਸੀ, ਉਹ ਬੈਠੇ ਬੈਠੇ ਕਿਤੇ ਦੂਰ ਦੀ ਮੰਗਤਾ ਇੱਕ ਜਾਵੇ, ਬਹੁਤ ਮੈਲੇ ਕੁਚਲੇ ਜੇ ਕੱਪੜੇ, ਉਹ ਤੁਰਿਆ ਜਾਵੇ ਵਿਚਾਰਾ। ਤੇ ਮਹਾਪੁਰਸ਼ ਨੂੰ ਦੇਖ ਕੇ ਦੇਖਿਆ ਧਿਆਨ ਨਾਲ, ਤੇ ਕਹਿੰਦੇ ਮੰਗਤਾ ਜਾਂਦਾ, ਨਾਲੇ ਹੱਸ ਪਏ। ਹੁਣ ਕੋਲੇ ਜਿਹੜੇ ਬੈਠੇ ਸਨ ਉਹਨਾਂ ਦੇ ਮਨ ਜੇ 'ਚ ਸ਼ੰਕਾ ਜਿਹਾ ਹੋਇਆ ਵੀ ਮਹਾਪੁਰਸ਼ ਤਾਂ ਦੇਖੋ ਇਹ ਗਰੀਬ ਬੰਦਾ, ਇਹਨੂੰ ਦੇਖ ਕੇ ਹੱਸੇ ਕਿਉਂ? ਪੁੱਛ ਲਿਆ ਫਿਰ ਇਹਦੇ ਮਹਾਪੁਰਸ਼ ਵੀ, ਉਹ ਤਾਂ ਗਰੀਬ ਬੰਦਾ, ਮੰਗਤਾ, ਮੈਲੇ ਜੇ ਕੱਪੜੇ, ਤੁਸੀਂ ਉਹਦੇ ਤੇ ਹੱਸੇ ਹੋ, ਸਾਨੂੰ ਸ਼ੰਕਾ ਜਾ ਹੈ। ਸਾਨੂੰ ਤਾਂ ਤੁਸੀਂ ਐਸਾ ਉਪਦੇਸ਼ ਵੀ ਗਰੀਬ ਬੰਦੇ ਦੀ ਹਾਲਤ ਦੇਖ ਕੇ ਹੱਸੀ ਦਾ ਨਹੀਂ ਹੁੰਦਾ, ਉਹ ਕਰਮਾਂ ਦੇ ਚੱਕਰ ਹੈ। ਕਹਿੰਦੇ ਭਾਈ ਹਾਂ, ਅਸੀਂ ਉਹਦਾ ਬਾਹਰੀ ਰੂਪ ਨਹੀਂ ਨਾ ਵੇਖਿਆ, ਅਸੀਂ ਉਹਦੇ ਜਿਹੜਾ ਭਵਿੱਖ, ਜਿਹੜਾ ਬੀਤਿਆ ਸਮਾਂ, ਉਹਦੇ ਤੇ ਨਿਗਾਹ ਵੱਜੀ। ਹੁਣ ਦਿਵ ਦ੍ਰਿਸ਼ਟੀ ਹੁੰਦੀ ਹੈ, ਜਿਹੜਾ ਗੁਰਮੁਖ ਹੈ, ਕੋਈ ਨਾਮ ਜਪਣ ਵਾਲਾ। ਕਹਿੰਦੇ ਇਹ ਜਿਹੜਾ ਭਿਖਾਰੀ ਹੈ, ਇਹਦਾ ਪਿਛਲਾ ਜਨਮ ਇਹ ਇੱਕ ਬਹੁਤ ਵੱਡਾ ਅਫਸਰ ਸੀ ਮਹਿਕਮੇ ਵਿੱਚ, ਤੇ ਰਿਸ਼ਵਤ ਬਹੁਤ ਲੈਂਦਾ ਹੁੰਦਾ ਸੀ। ਇਸ ਕਰਕੇ ਜੋ ਆਉਣਾ ਇਹਨੇ ਉਹ ਤੋਂ ਮੰਗਣਾ, ਦੱਸ ਕੀ ਦਿੰਨਾ, ਕੀ ਹੈ, ਚਾਹ ਪਾਣੀ ਦੱਸ ਕੀ ਦਿੰਨਾ, ਦੇ ਮੈਨੂੰ, ਆਹ ਦੇ, ਆਹ ਦੇ। ਤੇ ਜਿਵੇਂ ਹੁਣ ਵੀ ਹੈ, ਮਹਿਕਮਿਆਂ ਵਿੱਚ ਚਲੇ ਜਾਓ, ਲੱਖ ਲੱਖ ਰੁਪਈਆ ਤਨਖਾਹ ਹੈ ਵੱਡੇ ਵੱਡੇ ਅਫਸਰਾਂ ਦੀ,
ਕਿਸੇ ਦੀ 1.5 ਲੱਖ ਹੈ, ਲੱਖ ਹੈ, ਕੋਈ 70-80 ਹਜ਼ਾਰ ਹੈ ਉਹ। ਤੇ ਜਿਹੜੇ ਕੰਮ ਕਰਾਉਣ ਵਾਲੇ ਆ ਉਹ ਕੋਈ ਗੁਰਮੁਖੋ ਦਿਹਾੜੀ ਲਾਉਣ ਵਾਲਾ ਹੈ, ਕੋਈ ਮਜ਼ਦੂਰ, ਕੋਈ ਹੋਰ ਛੋਟਾ ਮੋਟਾ, ਕੋਈ ਕਿਸਾਨ, ਕੋਈ ਤੇ ਉਹ ਜਾਂ ਆਪਣਾ ਕੰਮ ਕਰਾਉਣ ਚਲੇ ਜਾਣ, ਉਹਨਾਂ ਨੂੰ ਕੋਈ ਸ਼ਰਮ ਨਹੀਂ ਹੈ, ਕੋਈ ਵੀ ਭੋਰਾ ਵੀ। ਪੱਕੀਆਂ ਹੀ ਰਿਸ਼ਵਤਾਂ ਬੰਨੀਆਂ ਪਈਆਂ ਨੇ ਵੀ ਇੰਨਾ ਕੰਮ ਦੇ, ਇੰਨੇ ਆ ਕੰਮ ਨੇ, ਪੈਕੇਜ ਬਣੇ ਹੋਏ ਆ, ਪਹਿਲਾਂ ਹੀ ਬੰਦਿਆਂ ਨੇ ਫੜ ਲੈਣੇ ਆ। ਤੇ ਫਿਰ ਇਹੋ ਜਿਹੇ ਜਿਹੜੇ ਲੋਕ ਨੇ ਨਾ, ਜਦੋਂ ਮਰਦੇ ਆ ਉਹ ਕਹਿੰਦੇ ਭਾਈ ਇਹ ਹਰੇਕ ਤੋਂ ਮੰਗਦਾ ਸੀ ਤੇ ਮੰਗਣ ਦੇ ਸੰਸਕਾਰ ਬਣ ਗਏ ਤੇ ਉਹ ਸੰਸਕਾਰਾਂ ਨੇ ਇਹਨੂੰ ਦੂਜਾ ਜਨਮ ਮੰਗਤੇ ਦਾ ਦੇਤਾ ਵੀ ਚੰਗਾ ਜਾ ਮੈਲੇ ਕੁਚਾਲੇ ਕੱਪੜੇ ਪਾ ਕੇ ਲੋਕਾਂ ਕੋਲੋਂ ਮੰਗ। ਹੁਣ ਕਹਿੰਦੇ ਭਿਖਾਰੀ ਉਸ ਘਰ ਵਿੱਚ ਐਸੀ ਜਗ੍ਹਾ ਤੇ ਜੰਮਿਆ ਜਿੱਥੇ ਇਤਨੀ ਗਰੀਬੀ ਕਿ ਭਿਖਾਰੀ ਬਣ ਗਿਆ। ਉਹੋ ਜੀ ਬੁੱਧੀ ਬਣਾਤੀ ਇਹਦੀ। ਜਿਹੜੇ ਭਿਖਾਰੀ ਹੈ ਨਾ, ਇਹਨਾਂ ਦੀ ਬੁੱਧ 'ਚ ਵੀ ਕੀੜਾ ਹੈ। ਕਿੰਨਾ ਜੇ ਚਾਹੇ ਪੈਸੇ ਵੀ ਆ ਜਾਣ। ਇੱਕ ਤਾਂ ਅਸੀਂ ਚੰਗੀ ਤਰ੍ਹਾਂ ਜਾਣਦੇ ਸੀ, ਆ ਰਾਏਕੋਟ ਹੀ ਹੁੰਦਾ ਸੀ ਉਦੋਂ, ਐ ਉੱਥੇ ਸੀ ਤੇ ਉਹਨੂੰ ਪੁੱਛਿਆ ਵੀ ਅਸੀਂ। ਇਹ ਤਾਂ 1992-93 ਦੀ ਗੱਲ ਹੈ, ਅੱਜ ਦੇਖੋ 30 ਸਾਲ ਹੋ ਗਏ। ਉਦੋਂ ਪੁੱਛਿਆ ਉਹਨੂੰ, ਮੈਂ ਕਿਹਾ ਵੀ ਸੱਚ ਦੱਸਿਓ, ਜਾਣਦਾ ਉਹਦਾ ਭਾਈ ਵੀ ਚੱਲ ਨਾਂ ਨਹੀਂ ਆਪਾਂ ਕਿ ਲੈਂਦੇ, ਕਿੰਨੇ ਕੁ ਪੈਸੇ ਆ ਤੇਰੇ ਕੋਲੇ, ਉਹ ਕਦੋਂ ਕਿੱਥੋਂ ਮੰਗਦਾ? ਉਹ ਕਹਿੰਦਾ ਮੈਂ 3 ਦਿਨ ਮੰਗਦਾ ਇੱਥੋਂ ਰਾਏਕੋਟ ਤੋਂ, ਤੇ 2 ਦਿਨ ਵਿੱਚ ਦੀ ਜਾਂਦਾ ਮੈਂ ਜਗਰਾਮੀ ਮੰਗਣ, ਤੇ 2 ਦਿਨ ਮੈਂ ਮੌਜਾਂ ਕਰਦਾ, ਛੁੱਟੀ ਕਰਦਾ, 5 ਦਿਨ ਮੰਗਦਾ। ਤੇ ਕਹਿੰਦਾ ਮੇਰਾ 2.5 ਲੱਖ ਰੁਪਇਆ ਬੈਂਕ 'ਚ ਪਿਆ। ਇਹ ਉਦੋਂ ਦੀ ਗੱਲ ਹੈ ਜਦੋਂ ਆ ਜ਼ਮੀਨ ਦਾ ਕਿੱਲਾ 45,000 ਦਾ ਰੇਟ ਸੀ। ਕਹਿੰਦਾ 2.5 ਲੱਖ ਰੁਪਇਆ ਪਿਆ ਜਨ। ਉਹਦੇ ਅਸੀਂ ਭਰਾ ਨੂੰ ਜਾਣਦੇ ਸੀ, ਚਲੋ ਉਹਦੇ ਕੋਲ ਜਾਣੇ ਸੀ। ਉਹਨੂੰ ਕਿਹਾ ਵੀ ਇਹਨੂੰ ਹਟਾ ਲਾ ਤੂੰ। ਕਹਿੰਦਾ ਅਸੀਂ ਤਾਂ ਮਿੰਨਤਾਂ ਕਰਦੇ ਆ, ਬੰਨ ਮਨ ਪਾ, ਮੰਗਣੋਂ ਨਹੀਂ ਹਟਦਾ। ਉਹ ਕਹਿੰਦਾ ਮੈਂ ਮੰਗਣ ਕੰਨੀਓ ਨਹੀਂ ਰਹਿ ਸਕਦਾ। ਉੱਤੇ ਉਵੇਂ ਹੀ ਬੈਂਕ 'ਚ ਪਿਆ, ਛੱਡ ਗਿਆ ਉਹ। ਚਲੋ ਇਸ ਤਰ੍ਹਾਂ ਇਹ ਵੀ ਇੱਕ ਦਿਮਾਗੀ ਕਹਿਣ ਦੇ ਸੰਸਕਾਰ ਸੀ। ਵਾਹਿਗੁਰੂ ਨੇ ਜਨਮ ਨੂੰ ਉਹ ਜਿਹਾ ਦਿੱਤਾ, ਕੋਈ ਕੀਤੇ ਹੋਏ ਪਾਪ ਕਰਮ ਦੀ ਨਿਸ਼ਾਨੀ ਸੀ। ਏਕੋ ਪਾਏ ਮੰਗ ਤੇ ਇੱਕ ਨਾ ਵੱਡੇ ਦਰਬਾਰ। ਕਹਿੰਦੇ ਜਿਨ੍ਹਾਂ ਨੇ ਪੁੰਨ ਨਹੀਂ ਕੀਤੇ, ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਹੇ ਗੋਪਾਲ ਪਾਂਦੇ, ਉਹ ਦੇਖੋ ਫਿਰ ਪੁੰਨਾਂ ਤੋਂ ਹੀਣੇ ਜਿਹੜੇ ਨੇ, ਉਹ ਮਹਾਰਾਜ ਅਕਾਲ ਪੁਰਖ ਨੇ ਮੰਗ ਤੇ ਭਿਖਾਰੀ ਪੈਦਾ ਕਰ ਦਿੱਤੇ ਕਈ। ਇੱਕ ਨਾ ਵੱਡੇ ਦਰਬਾਰ। ਇੱਕ ਉਹ ਨੇ ਜਿਨ੍ਹਾਂ ਨੇ ਸਹਿਤ ਕਾਮਨਾ, ਪੁੰਨ ਤਾਂ ਕੀਤੇ ਪਰ ਕਾਮਨਾ ਦੇ ਸਹਿਤ ਕੀਤੇ, ਬਾਸ਼ਨਾ ਸਹਿਤ ਕੋਈ ਤਪ ਕੀਤਾ, ਕੋਈ ਦਾਨ ਕੀਤਾ ਇਤਿਆਦਿ। ਤਾਂ ਫਿਰ ਉਹ ਕੋਈ ਨਾ ਕੋਈ ਰਾਜਾ, ਕੋਈ ਮਹਾਰਾਜਾ, ਕੋਈ ਵੱਡਾ ਅਹੁਦੇਦਾਰ ਬਣ ਕੇ ਆਇਆ। ਇੱਕ ਨਾ ਵੱਡੇ ਦਰਬਾਰ, ਵੱਡੀਆਂ ਵੱਡੇ ਦਰਬਾਰ ਕਚਹਿਰੀਆਂ ਲੱਗਦੀਆਂ। ਉਹ ਆਪਣੇ ਪੁੰਨਾਂ ਦਾ ਫਲ ਭੋਗਦੇ ਨੇ। ਜਦੋਂ ਪੁੰਨ ਖਤਮ ਹੋ ਜਾਂਦੇ ਹਨ, ਅੱਗੇ ਗਿਆ ਜਾਣੀਐ ਵਿਣ ਨਾਵੈ ਵੇਕਾਰ। ਤਾਂ ਅੱਗੇ ਜਦੋਂ ਦਰਗਾਹ ਦੇ ਵਿੱਚ ਜਾਣਗੇ ਨਾ, ਫੇਰ ਉਹ ਜਾਣੇ ਜਾਂਦੇ ਆ। ਇੱਥੇ ਪਰਮੇਸ਼ਰ ਦਾ ਨਾਮ ਜਪਿਆ ਨਹੀਂ, ਇਸ ਕਰਕੇ ਨਾਮ ਤੋਂ ਬਿਨਾਂ ਸਾਰੇ ਨਿਕੰਮੇ ਐ, ਸਭ ਵਿਕਾਰ ਨੇ। ਨਾਮ ਤੋਂ ਵਿਹੂਣਾ ਜਿਹੜਾ ਹੈ ਟੇਡੀਆਂ ਮੇਢੀਆਂ ਜੂਨਾਂ 'ਚ ਪੈਂਦਾ ਹੈ। ਤੇ ਉੱਥੇ ਫਿਰ ਇਸ ਤਰ੍ਹਾਂ ਦੇ ਹਾਲਤ ਵਿਣ ਨਾਵੈ ਵੇਕਾਰ ਹਨ। ਭੈ ਤੇਰਾ ਡਰ ਅਗਲਾ, ਖੱਪ ਖੱਪ ਛਿਜੈ ਦੇਹ। ਪਾਂਦਾ ਕਹਿੰਦਾ ਮਹਾਰਾਜ ਵੀ ਜੇ ਉਹਨਾਂ ਨੂੰ ਕੋਈ ਡਰ ਵਗੈਰਾ ਦੇਵੇ, ਕੋਈ ਡਰਾਵੇ, ਫਿਰ ਤਾਂ ਉਹ ਵਾਹਿਗੁਰੂ ਦਾ ਭਜਨ ਕਰ ਸਕਦੇ ਹਨ। ਮਹਾਰਾਜ ਕਹਿੰਦੇ ਭੈ ਤੇਰਾ ਡਰ ਅਗਲਾ, ਖੱਪ ਖੱਪ ਛਿਜੈ ਦੇਹ। ਪਾਂਦਾ ਜੀ ਇਹ ਤੇਰੇ ਤਾਂ ਹੀ ਅਸੀਂ ਭੈ ਦੀ ਗੱਲ ਦੱਸਦੇ ਹਾਂ ਕਿ ਉਹਨਾਂ ਨੂੰ ਅੱਗੇ ਪ੍ਰਲੋਕ ਦਾ ਬਹੁਤ ਡਰ ਹੈ। ਉਹਨਾਂ ਦੀ ਜਿਹੜੀ ਦੇਹੀ ਹੈ ਵਿਕਾਰਾਂ ਵਿੱਚ ਖੱਪ ਖੱਪ ਕੇ ਨਾਸ਼ ਹੋ ਰਹੀ ਹੈ। ਕੌਣ ਖਪਾਉਂਦੇ ਨੇ? ਕਾਮ ਇਤਿਆਦਿਕ ਵਿਕਾਰ, ਇਹਨਾਂ 'ਚ ਖਚਤ ਹੋ ਕਰਕੇ ਨਾਸ਼ ਹੋ ਰਹੀ ਹੈ। ਤੇ ਪਾਂਦਾ ਕਹਿੰਦਾ ਵੀ ਮਹਾਰਾਜ ਫਿਰ ਤੁਹਾਨੂੰ ਭੈ ਹੈਗਾ? ਸਤਿਗੁਰੂ ਮਹਾਰਾਜ ਕਹਿਣ ਲੱਗੇ ਹਾਂ ਹੇ ਪਾਂਦਾ, ਸਾਨੂੰ ਪ੍ਰਲੋਕ ਦਾ ਬਹੁਤ ਭੈ ਹੈ। ਤੇਰੇ ਤਾਣੀ ਵੀ ਹੋਣਾ ਚਾਹੀਦਾ, ਤੂੰ ਵੀ ਕਰ, ਕਿਉਂਕਿ ਧਰਮ ਸ਼ਾਸਤਰਾਂ ਵਿੱਚ ਪ੍ਰਲੋਕ ਦੇ ਭੈ ਲਿਖੇ ਹਨ। ਜਿਵੇਂ ਨਰਕਾਂ ਦੀ ਅੱਗ ਹੈ, ਬਤਰਨੀ ਨਦੀ ਦਾ ਜ਼ਿਕਰ ਹੈ,
ਹੋਰ ਇਤਿਆਦਿਕ ਹਨ। ਇਸ ਕਰਕੇ ਜੇ ਤੈਨੂੰ ਪ੍ਰਲੋਕ ਦਾ ਭੈ ਹੋਵੇ ਫਿਰ ਤੂੰ ਡਰਦਾ ਉਗਣ ਕਿਉਂ ਕਰੇ ਡਰ ਕੇ। ਭਾਵ ਤਾਂ ਉਗਣਾ ਤੋਂ ਹਟ ਸਕਦਾ ਹੈ। ਪਰਮੇਸ਼ਰ ਦੇ ਭੈ ਵਿੱਚ ਇਹ ਰਹਿਣਾ ਚਾਹੀਦਾ ਹੈ। ਭੈ ਤੇਰਾ ਡਰ ਅਗਲਾ ਖੱਪ ਖੱਪ ਛਿਜੈ ਦੇ। ਨਾਵ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇਹ। ਮਹਾਰਾਜ ਜੀ ਕਹਿੰਦੇ ਇੱਥੇ ਜਿਨ੍ਹਾਂ ਦੇ ਵੱਡੇ ਵੱਡੇ ਨਾਂ ਨੇ ਨਾ, ਸੁਲਤਾਨ, ਖਾਨ, ਪਠਾਨ, ਸਰਦਾਰ, ਉਹ ਸਾਰੇ ਫਿਰ ਪਰਮੇਸ਼ਰ ਦਾ ਨਾਮ ਜਪਿਆ ਨਹੀਂ, ਉਹ ਮਿੱਟੀ ਹੁੰਦੇ, ਖੇ ਹੁੰਦੇ ਦੇਖੇ ਹੈ। ਤੇ ਵਿਦਵਾਨ ਗੁਰਮੁਖੇ ਕਹਿੰਦੇ ਨੇ ਵੀ ਜੇ ਇੱਕ ਹੱਥਕ ਪੈਰ ਚੁੱਕੀਏ ਨਾ, ਹੱਥਕ, ਤੇ ਅਗਲਾ ਕਦਮ ਕਿਸੇ ਬਾਦਸ਼ਾਹ ਦੀ ਕਬਰ ਤੇ ਟਿਕਦਾ, ਦੂਜਾ ਚੁੱਕੀਏ ਵਜ਼ੀਰ ਦੀ ਕਬਰ ਤੇ ਟਿਕਦਾ। ਇੰਨੇ ਬਾਦਸ਼ਾਹ ਤੇ ਅਮੀਰ ਵਜ਼ੀਰ ਇਸ ਧਰਤੀ ਤੇ ਹੋ ਕੇ ਖਪਤ ਹੋ ਗਏ ਹਨ। ਤੇ ਇਉਂ ਬਹੁਤ ਹਨ। ਜਿਵੇਂ ਨਸੀਹਤਨਾਮਾ, ਉਹਦੇ ਵਿੱਚ ਜ਼ਿਕਰ ਆਉਂਦਾ, ਕਹਿੰਦੇ ਚੱਲ ਤੇ ਕਬੂਤਰ ਜਨਾਵਰ ਕੀ ਛਾਓ ਕੇ ਤੇ ਖਾਕ ਹੋਏ ਕੋਈ ਪੁੱਛੇ ਨਾ ਨਾਉ। ਇਸ ਤਰ੍ਹਾਂ ਕਿੰਨੇ ਹੀ ਬੜੇ ਬੜੇ ਖਾਨ ਸੁਲਤਾਨ ਖੇ ਹੁੰਦੇ ਦੇਖੇ। ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇਹ। ਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਬਚਨ ਕਰਦੇ ਆ ਵੀ ਜਦੋਂ ਇਹ ਜੀਵ ਆਤਮਾ ਆਪਣੀ ਉਮਰ ਪੂਰੀ ਕਰਕੇ ਸੰਸਾਰ ਤੋਂ ਉੱਠਿਆ ਚੱਲਿਆ, ਆ ਜਿੰਨੇ ਪ੍ਰੇਮ ਜੇ ਹਨ ਨਾ ਸੰਸਾਰ ਦੇ, ਸਭ ਝੂਠੇ ਹੋ ਜਾਂਦੇ ਆ। ਜਿਹੜਾ ਆਉਂਦਾ ਉਹ ਕਹਿੰਦਾ ਕੀ ਗੱਲ ਦੇਰ ਕਿਉਂ ਕਰਦੇ ਹੋ, ਚੱਲੋ ਹੁਣ ਇਹਨੂੰ ਲੈ ਕੇ ਛੇਤੀ। ਇਸ ਕਰਕੇ ਮਹਾਰਾਜ ਕਹਿੰਦੇ ਜਤਰ ਆਇਆ ਤਤਰ ਗਛਤੀ। ਜਿੱਧਰੋਂ ਜੀਵ ਆਇਆ ਉਧਰ ਹੀ ਚਲਿਆ ਜਾ, ਸਾਰੇ ਇਉਂ ਕਹਿ ਦਿੰਦੇ ਆ। ਇਹ ਸਾਰੇ ਸੰਸਾਰੀ ਨੇ ਜਿਹੜੇ ਹਨ। ਧੰਨ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹੇ ਗੋਪਾਲ ਪਾਂਧਾ ਜੀ, ਇਹ ਸਭ ਝੂਠੇ ਹੁੰਦੇ ਜਿਹੜੇ ਹਨ ਉਹ ਵੇਖੇ ਹਨ। ਚੌਪਈ ਅੱਗੇ ਹੁਣ ਬਚਨ ਕਰਦੇ ਹਨ। ਦੋਹਰਾ ਅੱਗੇ ਬਚਨ ਕਰਦੇ ਹਨ। ਆਸ ਲੇਖਾ ਲਿਖ ਜਾਣ ਤੂੰ, ਜਿਸ ਤੇ ਊਣ ਨ ਹੋਏ। ਹੇ ਪਾਂਧਾ ਜੀ, ਹੁਣ ਇਹ ਇਤਿਹਾਸ ਸੰਤ ਰੇਣ ਪ੍ਰੇਮ ਸਿੰਘ ਜੀ ਅੱਗੇ ਗੁਰਬਾਣੀ ਦੇ ਸ਼ਬਦ ਤੋਂ ਬਾਅਦ ਦੇ ਰਹੇ ਆ ਕਿ ਸਤਿਗੁਰੂ ਕਹਿੰਦੇ ਹੇ ਗੋਪਾਲ ਪਾਂਧਾ, ਐਸਾ ਲੇਖਾ ਤੂੰ ਲਿਖ ਕੇ ਲਿਖਣਾ ਜਾਣ ਲੈ ਜਿਸ ਤੇ ਫਿਰ ਕੋਈ ਘਾਟਾ ਨਹੀਂ ਜੀਵਨ ਵਿੱਚ ਹੁੰਦਾ ਹੈ। ਲਿਖੋ ਨਾਮ ਤਹਿ ਸਿਫਤ ਲਿਖ, ਅੰਤ ਨ ਪਕਰਹਿ ਕੋਏ। ਉਹਦਾ ਨਾਮ ਲਿਖਣਾ, ਸਿਫਤਾਂ ਲਿਖਣੀਆਂ ਜਿਹਦਾ ਕੋਈ ਅੰਤ ਨਹੀਂ ਪਕੜਿਆ ਜਾਂਦਾ ਹੈ। ਚੌਪਈ ਕਹੋ ਨਾਨਕ ਸਤਿਗੁਰ ਜਿਸ ਭੇਟੈ ਹੈ। ਇਉਂ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਕਿ ਹੇ ਪਾਂਧਾ ਜੀ ਨੂੰ ਗੁਰੂ ਮਿਲ ਜਾਂਦੇ ਹਨ। ਤਹਿ ਕੋ ਲੱਗੈ ਨ ਜਮ ਕੀ ਫੇਟੈ ਹੈ। ਉਹਨੂੰ ਫਿਰ ਕੋਈ ਜਮਾਂ ਦੀ ਫੇਟ ਦੁੱਖ ਨਹੀਂ ਲੱਗਦਾ ਹੈ। ਕਰ ਉਪਦੇਸ਼ ਗਿਆਨ ਦੇ ਨੈਨਾਹ। ਤੇ ਇਉਂ ਭਾਈ ਉਪਦੇਸ਼ ਕਰਕੇ ਉਸ ਪਾਂਧੇ ਨੂੰ ਗਿਆਨ ਦੇ ਨੇਤਰ ਬਖਸ਼ ਕਰ। ਸਰਪ ਕਾਲ ਕੋ ਕਬ ਨਹਿ ਭੈ ਨਾਹ। ਕਹਿੰਦੇ ਜਿਹੜਾ ਕਾਲ ਰੂਪੀ ਸੱਪ ਹੈ ਨਾ, ਉਹਨੂੰ ਫਿਰ ਕਦੇ ਵੀ ਭੈ ਨਹੀਂ ਹੁੰਦਾ। ਇਉਂ ਗੋਪਾਲ ਪਾਂਧੇ ਨੂੰ ਵੀ ਇਹ ਸਰਪ ਰੂਪੀ ਕਾਲ ਤੋਂ ਕਦੇ ਵੀ ਫਿਰ ਭੈ ਨਾ ਰਿਹਾ, ਕਾਲ ਤੋਂ ਰਹਿਤ ਹੋ ਗਿਆ। ਲਾਗੀ ਨਾਮ ਵਿਖੈ ਲਿਵ ਮਨ ਕੀ। ਉਹਦੀ ਭਾਈ ਬਿਰਤੀ ਜਿਹੜੀ ਹੈ ਮਨ ਦੀ ਨਾਮ ਵਿੱਚ ਲੱਗ ਗਈ। ਚਿੱਤ ਤੇ ਪ੍ਰੀਤ ਤਜੀ ਧਨ ਤਨ ਕੀ। ਉਹਨੇ ਆਪਣੇ ਚਿੱਤ ਵਿੱਚੋਂ ਧਨ ਦੀ ਤੇ ਆ ਸਰੀਰ ਦੀ ਜਿਹੜੀ ਪ੍ਰੀਤੀ ਸੀ ਇਹ ਛੱਡ ਦਿੱਤੀ। ਪਰਮਾਰਥ ਮਹਿ ਦ੍ਰਿਸ਼ਟ ਲਗਾਈ। ਤੇ ਪਰਮਾਰਥ, ਪਰਮ ਤੇ ਅਰਥ ਦੋ ਸ਼ਬਦਾਂ ਦਾ ਜੋੜ ਹੈ। ਪਰਮਾਰਥ ਜਿਹੜਾ ਸਾਡਾ ਮੁੱਖ ਪ੍ਰਯੋਜਨ ਹੈ, ਪਰਮ ਕਹੀਏ ਮੁੱਖ, ਅਰਥ ਕਹੀਏ ਪ੍ਰਯੋਜਨ, ਉਹ ਕੀ ਹੈ? ਪਰਮੇਸ਼ਰ ਦਾ ਨਾਮ ਜਪਣਾ, ਧਰਮ ਕਮਾਉਣਾ। ਇਹਦੇ ਵਿੱਚ ਉਸ ਦੀ ਪਰਮਾਰਥ ਵਿੱਚ ਉਹਨੇ ਦ੍ਰਿਸ਼ਟੀ ਲਾ ਲਈ। ਜਗ ਕਾਰਜ ਤੇ ਬਿਤ ਉਠਾਈ। ਇਹ ਜਗਤ ਦੇ ਕਾਰਜਾਂ ਚੋਂ
ਜਿਹੜੀ ਬਿਰਤੀ ਹੈ ਗੋਪਾਲ ਪਾਂਧੇ ਨੇ ਉੱਪਰ ਕਰ ਲਈ। ਦੇਹ ਆਦਿਕ ਮਿਥਿਆ ਸਭ ਜਾਣੇ, ਆ ਸਰੀਰ ਤੇ ਆਦਿਕ ਸਾਰਾ ਸੰਸਾਰੀ ਪਦਾਰਥ ਉਹਨੂੰ ਗਿਆਨ ਹੋ ਗਿਆ। ਉਹਨੇ ਭਾਈ ਸਾਹਿਬ ਮਿਥਿਆ ਝੂਠੇ ਜਾਣ ਲਏ। ਵਿਸ਼ੇ ਵਾਸਨਾ ਮਨ ਬਿਸਰਾਨੇ, ਜਿਹੜੇ ਵਿਸ਼ੇ ਵਿਕਾਰ ਵਾਸ਼ਨਾਵਾਂ ਸੀ ਉਹ ਮਨ ਦੇ ਵਿੱਚੋਂ ਵਿਸਰ ਗਈਆਂ। ਨਿਜ ਸਰੂਪ ਜੋ ਭਇਓ ਭੁਲਾਵਾ, ਜਿਹੜਾ ਨਿਜ ਸਰੂਪ ਸੀ ਜਿਹਨੂੰ ਉਹ ਭੁੱਲਿਆ ਹੋਇਆ ਸੀ, ਭੁਲਾਈ ਬੈਠਾ ਸੀ ਆਪਣੇ ਸਵੈ ਸਰੂਪ ਬ੍ਰਹਮ ਨੂੰ। ਤਹਿ ਜਾਣਨ ਕੋ ਚਿਤ ਲਲਚਾਵਾ, ਹੁਣ ਉਸ ਬ੍ਰਹਮ ਸਰੂਪ ਨੂੰ ਜਾਣਨ ਵਾਸਤੇ ਗੋਪਾਲ ਪਾਂਧੇ ਦਾ ਚਿੱਤ ਜਿਹੜਾ ਹੈ ਉਹ ਲਲਚਾਇਆ ਹੈ। ਦੋਹਰਾ ਸਤ ਸੰਗਤ ਕੇ ਸੰਗ ਤੇ ਦ੍ਰਿੜ ਹੋਏ ਅਭਿਆਸ। ਭਾਈ ਸਤ ਸੰਗਤ ਦਾ ਕੋਈ ਸੰਗ ਕਰਦਾ ਹੈ, ਸਤਸੰਗ ਕਰਨ ਦੇ ਨਾਲ ਜਿਹੜਾ ਅਭਿਆਸ ਹੈ ਉਹ ਦ੍ਰਿੜ ਹੋਇਆ। ਗਇਓ ਭੁਲਾਵਾ ਭਰਮ ਕਾ ਸਹਿਜ ਸੁਖ ਹੈ ਪ੍ਰਕਾਸ਼। ਤੇ ਗੋਪਾਲ ਪਾਂਧੇ ਦਾ ਜਿਹੜਾ ਭਰਮ ਭੁਲੇਖੇ ਸਨ, ਜੋ ਭਾਈ ਭਰਮਾਂ ਨੂੰ ਧਰਮ ਸਮਝ ਕੇ ਬਹੁਤ ਸਮਾਂ ਕਰੀ ਗਿਆ, ਉਹ ਭੁਲੇਖੇ ਸਾਰੇ ਦੂਰ ਹੋ ਗਏ। ਸਹਿਜ ਸੁਖ ਹੈ ਪ੍ਰਕਾਸ਼, ਸਹਿਜ ਸੁਖ ਦਾ ਅੰਦਰ ਪ੍ਰਕਾਸ਼ ਹੋ ਗਿਆ। ਚੌਪਈ ਦੇਹ ਦੁਖੀ ਤੇ ਦੁਖ ਨਹਿ ਮੰਨਹਿ, ਐਸੀ ਅਵਸਥਾ ਬਣ ਗਈ ਗੋਪਾਲ ਪਾਂਧੇ ਦੀ ਕਿ ਸਰੀਰ ਨੂੰ ਕੋਈ ਦੁੱਖ ਰੋਗ ਵੀ ਹੁੰਦਾ ਫਿਰ ਵੀ ਉਹ ਦੁੱਖ ਨਹੀਂ ਮੰਨਦਾ। ਜਿਵੇਂ ਬਚਨ ਆਉਂਦੇ, ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨੈ, ਐਸੀ ਅਵਸਥਾ ਹੋ ਗਈ। ਅਨਕ ਬਿਲਾਸਨ ਸੁਖ ਨਹਿ ਜਾਣਹਿ, ਅਨੇਕਾਂ ਖੁਸ਼ੀਆਂ ਬਿਲਾਸਨ ਸੰਸਾਰੀ ਉਹਦੇ ਵਿੱਚ ਹੁਣ ਉਹ ਆਤਮਿਕ ਸੁਖ ਨਹੀਂ ਜਾਣਦਾ ਹੈ। ਥਿਰਤਾ ਪਾਏ ਨਾ ਡੋਲੈ ਸੋ, ਐਸੀ ਮਨ ਨੇ ਸਥਿਰਤਾ ਪਾ ਲਈ, ਹੁਣ ਦੁਨੀਆ ਦੇ ਸੁੱਖਾਂ ਦੁੱਖਾਂ ਵਿੱਚ ਉਹ ਡੋਲਦਾ ਨਹੀਂ। ਉਸ ਦਾ ਮਨ ਰਹਿ ਏਕ ਰਸ ਦ્વੈਤੈ ਖੋ। ਇਉਂ ਗੋਪਾਲ ਪਾਂਧੇ ਦੀ ਸੁਰਤੀ ਬਿਰਤੀ ਐਸੀ ਹੋ ਗਈ, ਇੱਕ ਰਸ ਵਾਹਿਗੁਰੂ ਨਾਲ ਜੁੜ ਗਈ। ਦ્વੈਤ ਜਿਹੜੀ ਸੀ ਦੋ ਭਾਵਨਾ ਭਾਵ ਇੱਕ ਬ੍ਰਹਮ ਦ੍ਰਿਸ਼ਟੀ ਹੋ ਗਈ ਹੈ, ਇੱਕ ਰਸ ਬਿਰਤੀ ਜੁੜ ਗਈ, ਦ્વੈਤ ਖਤਮ ਹੋ ਗਈ। ਜਨਮ ਮਰਨ ਤਿੰਨ ਕੇ ਛੁੱਟ ਗਏ, ਗੋਪਾਲ ਪਾਂਧੇ ਦੇ ਜਨਮ ਮਰਨ ਜਿਹੜੇ ਆ ਉਹ ਖਤਮ ਹੋ ਗਿਆ। ਹਰ ਪਦ ਪਾਏ ਮੁਕਤ ਸੋ ਭਏ, ਇਸ ਤਰ੍ਹਾਂ ਜਿਹੜਾ ਹੈ ਭਾਈ ਜਿਹੜਾ ਗੁਰਮੁਖ ਹੈ ਨਾ, ਸਤਸੰਗੀ ਹੈ, ਗੁਰੂ ਪਾਤਸ਼ਾਹ ਨਾਲ ਜੁੜ ਜਾਂਦਾ ਹੈ, ਉਹ ਹਰੀ ਪਦ ਰੂਪੀ ਪਰਮਾਤਮਾ ਦੇ ਮਿਲਾਪ ਰੂਪੀ ਪਦ ਨੂੰ ਪਾ ਲੈਂਦਾ ਹੈ। ਮੁਕਤ ਸੋ ਭਏ, ਮੁਕਤ ਹੋ ਜਾਂਦੇ। ਅਸ ਵਿਦ ਪੰਦਾ ਹਿਰਦੈ ਧਰੀਜੈ, ਇਸ ਤਰ੍ਹਾਂ ਦਾ ਉਪਦੇਸ਼ ਵਿਚਾਰ ਜਿਹੜੀ ਹੈ ਉਹ ਪਾਂਧੇ ਗੋਪਾਲ ਨੇ ਆਪਣੇ ਹਿਰਦੇ ਵਿੱਚ ਧਾਰਨ ਕੀਤੀ। ਤਨ ਅਭਿਮਾਨ ਨਿਰਮੂਲ ਕਰੀਜੈ, ਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਵੀ ਹੇ ਪਾਂਧਾ ਇਹ ਵਿਚਾਰ ਆਪਣੇ ਹਿਰਦੇ ਵਿੱਚ ਧਾਰਨ ਕਰ ਲੈ। ਤਨ ਅਭਿਮਾਨ ਨਿਰਮੂਲ ਕਰੀਜੈ, ਇਹ ਜਿਹੜਾ ਸਰੀਰ ਦਾ ਅਭਿਮਾਨ ਹੈ ਇਹਨੂੰ ਬੇਅਰਥ ਕਰ ਦੇ। ਹਰ ਸਿਮਰਨ ਕਰ ਆਪਾ ਹਰੀਏ, ਹਰੀ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਕੇ ਆਪਾਂ ਭਾਵ ਨੂੰ ਦੂਰ ਕਰ ਦਈਏ। ਹਰ ਬਿਨ ਅਨ ਦ੍ਰਿਸ਼ਟ ਨਹਿ ਕਰੀਏ, ਹਰੀ ਤੋਂ ਬਿਨਾ ਹੁਣ ਕੋਈ ਹੋਰ ਦ੍ਰਿਸ਼ਟੀ ਵਿੱਚ ਨਹੀਂ ਕਰਨਾ, ਭਾਵ ਸਾਰੇ ਬ੍ਰਹਮ ਹੀ ਜਾਣੀਏ। ਦੁਰਲਭ ਨਰ ਤਨ ਕਰੋ ਸਕਾਰਥ, ਮਹਾਰਾਜ ਕਹਿੰਦੇ ਹੈ ਪਾਂਧਾ ਜਿਹੜਾ ਮਨੁੱਖਾ ਜਨਮ ਹੈ ਬਹੁਤ ਦੁਰਲਭ ਹੈ, ਇਹਨੂੰ ਸਫਲ ਕਰੀਏ। ਪੁੰਨ ਨਾ ਜਨਮ ਪਾਵੈ ਪਰਮਾਰਥ, ਪੁੰਨ ਨਾ ਜਨਮ ਪਾਵੈ ਪਰਮਾਰਥ, ਜਦੋਂ ਇਸ ਤਰ੍ਹਾਂ ਪਰਮਾਰਥ ਦੇ ਰਸਤੇ ਪਰਮਾਰਥ ਦੇ ਰਸਤੇ ਚੱਲ ਪਿਆ, ਪੁੰਨ ਨਾ ਜਨਮ ਪਾਵੈ। ਪੁੰਨ ਕਹੀਏ ਫਿਰ ਇਹ ਸੰਸਾਰ ਤੇ ਦੁਆਰੇ ਜਨਮ ਨਹੀਂ ਆਉਂਦਾ ਹੈ। ਦੋਹਰਾ ਸੁਨ ਪੰਦਾ ਪਾਇਨ ਪਰਾ,
ਹਉ ਅਜਾਨ ਮਤ ਮੰਦ। ਇਹ ਸੁਣ ਕੇ ਗੋਪਾਲ ਪੰਧਾ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਚਰਨੀ ਪੈ ਗਿਆ। ਕਹਿੰਦਾ ਮਹਾਰਾਜ ਮੈਂ ਅਣਜਾਣ ਮਤ ਮੰਦ ਥੋੜੀ ਮਤ ਵਾਲਾ ਹਾਂ। ਲਖੀ ਨਾ ਗਤ ਤਬ ਜਾਵਈ ਭਾ ਅਵਤਾਰ ਮੁਕੰਦ। ਕਹਿੰਦਾ ਮਹਾਰਾਜ ਤੁਹਾਡੀ ਗਤ ਨੂੰ ਜਾਣਿਆ ਨਹੀਂ ਜਾ ਸਕਦਾ, ਤੁਸੀਂ ਤੇ ਮੁਕੰਦ ਪਰਮੇਸ਼ਰ ਦਾ ਹੀ ਅਵਤਾਰ ਹੋ। ਚੌਪਈ ਬਦਨ ਗਿਰਾ ਤਬ ਜੋ ਤਰਵਾਰਾ। ਇਉਂ ਬਦਨ ਗਿਰਾ ਤੁਹਾਡੇ ਮੁਖ ਦੇ ਜਿਹੜੇ ਬਚਨ ਨੇ ਨਾ, ਤਾਂ ਤੁਹਾਡੇ ਮੁਖ ਦੇ ਬਚਨ ਜਿਉ ਤਰਵਾਰਾ। ਇਹ ਤਾਂ ਇਉਂ ਹੈ ਜਿਵੇਂ ਤਲਵਾਰ ਵਾਂਗ ਨੇ। ਗਿਆਨ ਸਾਨ ਪਰ ਤੇਜ ਸੁਧਾਰਾ। ਜਿਵੇਂ ਸਾਣ ਤੇ ਲਾ ਕੇ ਤਲਵਾਰ ਤਿੱਖੀ ਕਰ ਲਈਦੀ ਹੈ, ਇਸ ਤਰ੍ਹਾਂ ਤੁਹਾਡੇ ਜਿਹੜੇ ਬਚਨ ਹੈ ਗਿਆਨ ਰੂਪੀ ਸਾਣ ਤੇ ਲੱਗੇ ਹੋਏ ਆ। ਤੇਜ ਉਹਦੀ ਤਿੱਖੀ ਧਾਰ ਵਰਗੇ ਭਾਵ ਐਸੇ ਤਿੱਖੇ ਹਨ। ਭਗਤ ਮੁਸ਼ਟ ਕੇ ਸੰਗ ਜਟੀ ਸੋ। ਤੇ ਇਹ ਬਚਨਾਂ ਰੂਪੀ ਤਲਵਾਰ ਭਗਤੀ ਦੇ ਮੁੱਠੇ ਦੇ ਨਾਲ ਜੜੀ ਹੋਈ ਹੈ। ਦ੍ਰਿੜ ਬੈਰਾਗ ਆਕਾਰ ਘਟੀ ਸੋ। ਤੇ ਉਹ ਬੈਕਾਰ ਬੈਰਾਗ ਜਿਹੜਾ ਦ੍ਰਿੜ ਬੈਰਾਗ ਪੱਕਾ ਬੈਰਾਗ ਹੈ ਉਹ ਘਟ ਦੇ ਵਿੱਚ ਐਸਾ ਬਣਿਆ ਹੈ। ਸੋ ਸੂਰਾ ਇਸ ਸਨਮੁਖ ਧਾਵੈ। ਜਿਹੜਾ ਇਹਦੇ ਮੂਹਰੇ ਆਉਂਦਾ ਹੈ ਨਾ, ਤੁਹਾਡੇ ਬਚਨਾਂ ਦੇ ਸਾਹਮਣੇ ਆ ਗਿਆ, ਉਹ ਅਸਲ ਸੂਰਮਾ ਹੈ। ਅੰਗ ਅਗਿਆਨ ਤਾਹੇ ਘਟ ਜਾਵੈ। ਜਿਹੜਾ ਵੀ ਤੁਹਾਡੇ ਬਚਨਾਂ ਸਾਹਮਣੇ ਆ ਗਿਆ, ਭਾਵ ਜੀ ਨੇ ਧੰਨ ਗੁਰੂ ਜੀ ਤੁਹਾਡੇ ਬਚਨ ਸੁਣ ਲਏ, ਉਹਦਾ ਅਗਿਆਨਤਾ ਰੂਪੀ ਅੰਗ ਜਿਹੜਾ ਹੈ ਸਰੀਰ ਅਗਿਆਨ ਉਹ ਕੱਟਿਆ ਜਾਂਦਾ ਹੈ। ਨਿਜ ਸਰੂਪ ਕੀ ਲਖਤਾ ਹੋਈ। ਤੇ ਉਹਨੂੰ ਆਪਣੇ ਸਵੈ ਸਰੂਪ ਦੀ ਜਿਹੜੀ ਲਖਤਾ ਹੈ ਉਹ ਭਾਈ ਹੋ ਗਈ। ਤਹਿ ਭਟ ਮਿਲਿਓ ਸੁਰਗ ਸੁਖ ਸੋਈ। ਉਹ ਫਿਰ ਜਿਹੜਾ ਸੂਰਮਾ ਹੈ ਉਹਨੂੰ ਸਵਰਗਾਂ ਦੇ ਦਰਗਾਹ ਦੇ ਸੁੱਖ ਜਿਹੜੇ ਆ ਉਹ ਮਿਲ ਗਏ। ਵਿਸ਼ੇ ਫਸ ਹੈ ਕਾਤਰ ਡਰ ਪਾਹੀ। ਉਹ ਫਿਰ ਇਸ ਤਰ੍ਹਾਂ ਵਿਸ਼ੇ ਫਸ ਹੈ ਕਾਤਰ ਡਰ ਪਾਹੀ। ਜਿਹੜੇ ਵਿਸ਼ੇ ਵਿਕਾਰਾਂ ਵਿੱਚ ਫਸੇ ਨੇ ਜਾਂ ਉਹ ਕਿਵੇਂ ਵਿਸ਼ਿਆਂ ਵਿੱਚ ਫਸ ਜਾਏਗਾ, ਕਿਵੇਂ ਫਿਰ ਉਹ ਇਸ ਤਰ੍ਹਾਂ ਡਰ ਪਾਵੇਗਾ ਵਿਸ਼ੇ ਵਿਕਾਰਾਂ ਦਾ। ਤੇ ਜਿਹੜੇ ਵਿਸ਼ੇ ਵਿਕਾਰਾਂ ਵਿੱਚ ਫਸੇ ਹੋਏ ਨੇ ਕਾਤਰ ਡਰ ਪਾਹੀ, ਉਹ ਤਾਂ ਫਿਰ ਇਹ ਡਰ ਪਾਉਂਦੇ ਹਨ। ਬੇਮੁਖ ਭਏ ਨਹਿ ਧੀਰ ਤਰਾਈ। ਤੇ ਜਿਹੜੇ ਬੇਮੁਖ ਹੋ ਗਏ ਨਾ ਤੁਹਾਡੇ ਤੋਂ, ਉਹਨਾਂ ਨੂੰ ਕਿਤੇ ਧੀਰਜ ਨਹੀਂ ਧਰਦਾ, ਉਹਨਾਂ ਦਾ ਕੋਈ ਟਿਕਾਣਾ ਨਹੀਂ ਹੁੰਦਾ, ਜਨਮ ਮਰਨ ਵਿੱਚ ਹੀ ਪੈਂਦੇ ਹਨ। ਗਇਓ ਲੋਕ ਪਰਲੋਕ ਗਵਾਰਾ। ਐਸੇ ਜਿਹੜੇ ਲੋਕ ਨੇ ਮੂਰਖ, ਉਹਨਾਂ ਦਾ ਲੋਕ ਵੀ ਤੇ ਪਰਲੋਕ ਵੀ ਚਲਿਆ ਜਾਂਦਾ ਹੈ। ਹਰਾਨ ਤਨ ਮਾਨੁਖ ਪਿਛ ਪੱਗ ਧਾਰਾ। ਜਿਹਨੇ ਇਸ ਸਰੀਰ ਰੂਪੀ ਮੈਦਾਨੇ ਜੰਗ ਵਿੱਚ ਮਨੁੱਖਾ ਸਰੀਰ ਵਿੱਚ ਜਿਹੜਾ ਪੈਰ ਹੈ ਉਹ ਪਿੱਛੇ ਧਾਰਨ ਕਰ ਲਿਆ, ਭਾਵ ਪਿੱਛੇ ਹਟ ਗਏ ਤੁਹਾਡੇ ਉਪਦੇਸ਼ ਤੋਂ, ਤੁਹਾਡੇ ਗਿਆਨ ਜਿਹੜਾ ਹੈ ਬਚਨਾਂ ਰੂਪੀ ਖੜਗ ਤੋਂ ਤਲਵਾਰ ਤੋਂ ਪਾਸੇ ਹਟ ਗਏ। ਆਸ ਕਹਿ ਬਾਰ ਬਾਰ ਪਗ ਬੰਧਨ। ਇਸ ਤਰ੍ਹਾਂ ਕਹਿ ਕੇ ਫਿਰ ਬਾਰ-ਬਾਰ ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕੀਤੀ। ਤੁਝ ਦਰਸ਼ਨ ਤ੍ਰੈ ਤਾਪ ਨਿਕੰਦਨ। ਗੋਪਾਲ ਪੰਧਾ ਕਹਿੰਦਾ ਹੈ ਗੁਰੂ ਨਾਨਕ ਦੇ ਪਾਤਸ਼ਾਹ ਜੀ, ਤੁਹਾਡੇ ਜਿਹੜੇ ਦਰਸ਼ਨ ਨੇ ਉਹ ਤਿੰਨੇ ਤਾਪਾਂ ਨੂੰ ਕੱਟਣ ਵਾਲੇ ਐ। ਆਦਿ ਵਿਆਧੀ ਉਪਾਧੀ ਤ੍ਰੈ ਤਾਪ ਨੇ। ਜਿਵੇਂ ਬਚਨ ਪੜ੍ਹਦੇ ਆਪਾਂ, ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ। ਇਹ ਆਦਿ ਵਿਆਧੀ ਉਪਾਧੀ ਤਿੰਨ ਤਰ੍ਹਾਂ ਦੇ ਹਨ, ਉਹਨਾਂ ਨੂੰ ਤੁਹਾਡੇ ਦਰਸ਼ਨ ਕੱਟਣ ਵਾਲੇ ਨੇ। ਨਾਮ ਧਰਾਇਓ ਕਾਲੂ ਨੰਦਨ। ਤੇ ਤੁਸੀਂ ਇੱਥੇ ਜਿਹੜਾ ਨਾਮ ਧਰਾਇਆ ਹੈ ਉਹ ਇਹੀ ਹੈ, ਦੁਨੀਆ ਇਹੀ ਕਹਿੰਦੀ ਹੈ ਬਾਬੇ ਕਾਲੂ ਦਾ ਪੁੱਤਰ ਹੈ ਨਾਨਕ। ਤੇ ਤੁਸੀਂ ਤੇ ਪਰਮੇਸ਼ਰ ਰੂਪ ਹੋ। ਇਹ ਤੁਸੀਂ ਖੇਡ ਬਣਾਈ
ਕਿ ਉਹ ਬਾਬੇ ਕਾਲੂ ਦਾ ਪੁੱਤਰ ਨਾਨਕ ਨਾਮ ਧਰਾ ਲਿਆ। ਨਰ ਤਾਰਨ ਕਲ ਤੇ ਮਤ ਮੰਦਨ। ਇਉਂ ਤੁਸੀਂ ਤਾਂ ਕਲਯੁਗ ਦੇ ਵਿੱਚ ਮਾੜੀ ਮੱਤ ਵਾਲੇ ਲੋਕਾਂ ਨੂੰ ਤਾਰਨ ਵਾਸਤੇ ਆਏ ਹੋ। ਬਹੁਰੋ ਭਇਓ ਤੂਸ਼ਨੀ ਪਾਂਦਾ। ਇਹ ਗੱਲ ਕਹਿ ਕੇ ਫਿਰ ਗੋਪਾਲ ਪਾਂਦਾ ਜਿਹੜਾ ਤੂਸ਼ਨ ਕਹੀਏ ਚੁੱਪ ਕਰ ਗਿਆ ਹੈ। ਪੁਰ ਲਖ ਕਰ ਸੁਖ ਆਗਾਦਾ। ਫਿਰ ਇਸ ਤਰ੍ਹਾਂ ਭਾਈ ਜਿਹੜੇ ਮਹਾਨ ਅਗਾਧ ਸੁੱਖ ਨੂੰ ਜਾਣ ਕਰਕੇ ਭਾ ਆਨੰਦ ਮੂਕਨ ਮਿਠਿਆਈ। ਤੇ ਉਸ ਨੂੰ ਇਉਂ ਜਿਹੜਾ ਹੈ ਜਿਵੇਂ ਗੂੰਗੇ ਨੂੰ ਮਠਿਆਈ ਖਾਧੇ ਦਾ ਆਨੰਦ ਹੈ ਪਰ ਕਹਿ ਨਹੀਂ ਸਕਦਾ, ਇਸ ਤਰ੍ਹਾਂ ਉਹਨੂੰ ਆਨੰਦ ਮਿਲ ਗਿਆ। ਤਤ ਵੇਦਨ ਕੀ ਪਦਵੀ ਪਾਈ। ਉਹਨੇ ਤਤ ਵੇਦਿਆਂ ਦੀ ਜਿਹੜੀ ਪਦਵੀ ਹੈ ਤਤ ਵੇਤਾ ਬ੍ਰਹਮ ਗਿਆਨੀ ਦੀ, ਉਹ ਪ੍ਰਾਪਤ ਕਰ ਲਈ, ਪਾ ਲਈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ। ਇਸ ਤਰ੍ਹਾਂ ਭਾਈਏ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਪ੍ਰਥਮ ਮਹੱਲੇ ਪਹਿਲੇ ਮਹੱਲੇ ਗੁਰੂ ਨਾਨਕ ਦੇ ਪਾਤਸ਼ਾਹ ਦਾ ਨਿਰੰਕਾਰ ਸੇ ਉਪਦੇਸ਼ ਪਾਂਦੇ ਪ੍ਰਸੰਗ ਵਰਣਨ। ਕਹਿੰਦੇ ਨਿਰੰਕਾਰ ਸੇ ਉਪਦੇਸ਼ ਵਾਲਾ ਪ੍ਰਸੰਗ ਤੇ ਗੋਪਾਲ ਪਾਂਦੇ ਦਾ ਪ੍ਰਸੰਗ ਵਰਣਨ ਕੀਤਾ ਹੈ। ਨਾਮ ਚਤੁਰਥੋ ਮੰਦਰ ਹੈ। ਇਹ ਪਹਿਲੇ ਮਹੱਲੇ ਦਾ ਚੌਥਾ ਘਰ ਮੰਦਰ ਹੈ, ਭਾਵੇਂ ਇਹ ਭਾਈ ਚੌਥਾ ਪ੍ਰਸੰਗ ਹੈ। ਤੋ ਆਓ ਇੱਥੇ ਹੁਣ ਆਪਾਂ, ਕਿਉਂਕਿ ਉਦੋਂ ਗਾਹਾਂ ਕੁਤਬਦੀਨ ਮੁੱਲਾਂ ਦਾ ਪ੍ਰਸੰਗ ਜਿਹੜਾ ਹੈ ਉਹ ਪੰਜਵਾਂ ਪ੍ਰਸੰਗ ਸ਼ੁਰੂ ਹੋਣਾ, ਫਿਰ ਉਹ ਵਿੱਚ ਰਹਿ ਜਾਣਾ। ਵੈਸੇ ਟਾਈਮ 5-7 ਮਿੰਟ ਅਜੇ ਸੀ, ਪਰ ਹੁਣ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ। ਗੁਰੂ ਮਹਾਰਾਜ ਕਿਰਪਾ ਕਰਨ, ਚੜ੍ਹਦੀ ਕਲਾ ਤੰਦਰੁਸਤੀ ਬਖਸ਼ਿਸ਼ ਕਰਨ। ਮਹਾਰਾਜ ਆਪਾਂ ਨੂੰ ਵੀ ਐਸਾ ਸ਼ੁਭ ਉਪਦੇਸ਼ ਬਖਸ਼ਿਸ਼ ਕਰਨ ਜੋ ਸੱਚਾ ਉਪਦੇਸ਼ ਗੋਪਾਲ ਪਾਂਦੇ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤਾ, ਕਿਉਂਕਿ ਨਿਰੰਕਾਰ ਸਭ ਨੂੰ ਉਪਦੇਸ਼ ਦੇਣ ਵਾਸਤੇ ਆਉਂਦੇ ਹੈ ਤੇ ਨਿਰੰਕਾਰ ਦਾ ਕੋਈ ਉਸਤਾਦ ਨਹੀਂ ਹੁੰਦਾ। ਇਹ ਸਾਰੀ ਮਹਾਰਾਜ ਨੇ ਖੇਡ ਵਰਤਾਈ ਹੈ ਕਿ ਇੱਥੇ ਕਿਵੇਂ ਗੋਪਾਲ ਪਾਂਦੇ ਕੋਲੇ ਜਾਣਾ। ਇਹ ਉਹਨਾਂ ਦੇ ਵੀ ਕੋਈ ਬਹੁਤ ਵੱਡੇ ਪੁੰਨ ਕਰਮ ਸੀ ਕਿ ਗੁਰੂ ਪਾਤਸ਼ਾਹ ਮਹਾਰਾਜ ਗਏ, ਵਰਨਾ ਕਿੰਨੇ ਬਾਲਕਾਂ ਨੂੰ ਗੋਪਾਲ ਪਾਂਦੇ ਨੇ ਪੜ੍ਹਾਇਆ। ਪਰ ਐਸਾ ਕਿ ਜਦੋਂ ਉਹਦੇ ਫਿਰ ਭਲਾ ਹੋਣਾ ਸੀ, ਕਲਿਆਣਤਾ ਦਾ ਸਮਾਂ ਆਇਆ, ਧੰਨ ਗੁਰੂ ਨਾਨਕ ਦੇ ਪਾਤਸ਼ਾਹ ਦੇ ਦਰਸ਼ਨ ਹੋਏ ਔਰ ਉਪਦੇਸ਼ ਧਾਰਨ ਕਰਕੇ ਉਹਦੇ ਜੀਵਨ ਦੀ ਕਲਿਆਣਤਾ ਹੀ ਬ੍ਰਹਮ ਗਿਆਨਤਾ ਦੀ ਪ੍ਰਾਪਤੀ ਹੋਈ। ਭੁੱਲ ਚੁੱਕ ਦੀ ਖਿਮਾ। ਆਓ ਸਰਬੱਤਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।